ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 361 ਤੇ ਉੱਤੋਂ ਤੀਸਰੀ ਪੰਕਤੀ ਹੈ, 2 ਨੰਬਰ ਤੋਂ ਬਾਅਦ। ਗੁਰ ਕੈ ਦਰਸ਼ਨ ਮੋਖ ਦੁਆਰ। ਦਰਸ਼ਨ ਹੁੰਦੀ ਫਿਲਾਸਫੀ, ਸਿਧਾਂਤ। ਜਿਹੜਾ ਗੁਰੂ ਦਾ ਸਿਧਾਂਤ ਹੈ, ਜਿਹੜਾ ਬੰਦਾ ਉਸ ਨੂੰ ਮੰਨਦਾ ਹੈ, ਉਹਨੂੰ ਮੁਕਤੀ ਮਿਲ ਜਾਂਦੀ। ਸਤਿਗੁਰ ਸੇਵੈ ਪਰਿਵਾਰ ਸਾਧਾਰ। ਜਿਹੜਾ ਗੁਰੂ ਦੀ ਸੇਵਾ ਕਰਦਾ ਸਾਰੇ ਪਰਿਵਾਰ ਦਾ ਆਸਰਾ ਬਣ ਜਾਂਦਾ ਹੈ। ਸਾਧਾਰ ਆਸਰੇ ਸਹਿਤ ਹੋ ਜਾਣਾ। ਭਾਵ ਸੇਵਾ ਤੇ ਇੱਕ ਜੀ ਕਰਦਾ, ਭਲਾ ਸਾਰੇ ਪਰਿਵਾਰ ਦਾ ਹੋ ਜਾਂਦਾ। ਕਈ ਵਾਰੀ ਨਾਮ ਇੱਕ ਜੀ ਜਪਦਾ, ਭਲਾ ਸਾਰੇ ਪਰਿਵਾਰ ਦਾ ਹੋ ਜਾਂਦਾ। ਹਰ ਪਰਿਵਾਰ 'ਚ ਘੱਟ ਤੋਂ ਘੱਟ ਇੱਕ ਬੰਦਾ ਜ਼ਰੂਰ ਭਜਨ ਬੰਦਗੀ ਵਾਲਾ ਚਾਹੀਦਾ, ਤਾਂ ਜੋ ਪਰਿਵਾਰ ਦਾ ਭਲਾ ਹੁੰਦਾ ਰਹੇ। ਨਿਗੋਰੇ ਕੋ ਗਤ ਕਾਈ ਨਾਹੀਂ। ਨਿਗੋਰੇ ਦੀ ਤਾਂ ਕਹਿੰਦੇ ਗਤੀ ਇਹਦੀ ਹੁੰਦੀ ਹੈ, ਉਹ ਜੰਮਣ ਮਰਨ ਦੇ ਚੱਕਰ 'ਚ ਪਿਆ ਰਹਿੰਦਾ। ਅਵਗਨ ਮੁੱਠੇ ਝੋਟਾਂ ਖਾਹੀਂ। ਉਹ ਔਗਣੇ ਆ ਰਹੇ ਹੁੰਦੇ ਨੇ, ਔਗਣ ਨੂੰ ਠੱਗ ਲੈਂਦੇ ਨੇ। ਮੁੱਠੇ ਠੱਗੇ ਹੋਏ, ਔਗਣਾਂ ਦੇ ਠੱਗੇ ਹੋਏ, ਭਾਵ ਔਗਣੇ ਆ ਰਹੇ ਹਨ, ਝੋਟਾਂ ਖਾਹੀਂ। ਉਹ ਜਮਾਂ ਦੀਆਂ ਸੱਟਾਂ ਖਾਂਦੇ ਰਹਿੰਦੇ। ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਦਿੱਤੇ ਗੁਰਮੰਤਰ ਰਾਹੀਂ, ਗੁਰੂ ਦਿੱਤੀ ਬਾਣੀ ਰਾਹੀਂ ਕਹਿੰਦੇ ਸੁਖ ਸ਼ਾਂਤੀ ਪ੍ਰਾਪਤ ਹੁੰਦੀ ਹੈ। ਬਾਣੀ ਪੜ੍ਹੋ, ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਨਾਮ ਜਪੋ, ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਗੁਰਮੁਖ ਤਾ ਕੋ ਲਗੈ ਨ ਪੀਰ। ਪੀਰ ਮੈਨੇ ਪੀੜ, ਦੁੱਖ। ਜਿਹੜਾ ਗੁਰਮੁਖ ਹੁੰਦਾ ਉਸ ਨੂੰ ਕੋਈ ਦੁੱਖ ਨਹੀਂ ਲੱਗਦਾ, ਭਾਵ ਉਹਨੂੰ ਦੁੱਖ ਮਹਿਸੂਸ ਨਹੀਂ ਹੁੰਦਾ। ਦੁੱਖ ਹਰ ਇੱਕ ਇਨਸਾਨ ਦੀ ਜ਼ਿੰਦਗੀ 'ਚ ਆਉਂਦੇ ਨੇ, ਚਾਹੇ ਤੁਸੀਂ ਕੁਝ ਵੀ ਬਣ ਕੇ ਸੰਸਾਰ 'ਤੇ ਆ ਜਾਓ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਹਰ ਇੱਕ ਇਨਸਾਨ ਨੂੰ ਪਰਮਾਤਮਾ ਦੀ ਦਰਗਾਹ ਤੋਂ ਦੋਨੋਂ ਚੀਜ਼ਾਂ ਮਿਲੀਆਂ ਹੋਈਆਂ, ਸੁੱਖ ਵੀ ਅਤੇ ਦੁੱਖ ਵੀ। ਹਾਂ, ਇੰਨਾ ਕਿ ਕਿਸੇ ਨੂੰ ਦੁੱਖ ਜ਼ਿਆਦਾ ਮਿਲੇ ਨੇ, ਸੁੱਖ ਘੱਟ ਮਿਲੇ ਨੇ, ਅਤੇ ਕਿਸੇ ਨੂੰ ਸੁੱਖ ਜ਼ਿਆਦਾ ਮਿਲੇ ਨੇ, ਦੁੱਖ ਘੱਟ ਮਿਲੇ ਨੇ। ਜਿਹੋ ਜਿਹੇ ਕਿਸੇ ਨੇ ਕਰਮ ਕੀਤੇ ਹੁੰਦੇ ਨੇ, ਉਹਦੇ ਅਨੁਸਾਰ ਉਹਨੂੰ ਦੁੱਖ ਸੁੱਖ ਮਿਲਦੇ ਹਨ। ਜਮ ਕਾਲ ਤਿਸ ਨੇੜ ਨਾ ਆਵੇ। ਜਿਹੜਾ ਗੁਰਮੁਖ ਹੁੰਦਾ ਨਾ, ਮੌਤ ਦਾ ਦੂਤ ਉਹਦੇ ਨੇੜੇ ਨਹੀਂ ਆਉਂਦਾ, ਭਾਵ ਜਮ ਉਸ ਨੂੰ ਲੈਣ ਹੀ ਨਹੀਂ ਆਉਂਦੇ। ਨਾਨਕ ਗੁਰਮੁਖ ਸਾਚ ਸਮਾਵੇ। ਜਿਹੜਾ ਗੁਰਮੁਖ ਹੁੰਦਾ ਹੈ, ਗੁਰੂ ਦੇ ਆਖੇ ਲੱਗਣ ਵਾਲਾ ਹੁੰਦਾ ਹੈ, ਉਹ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ। ਸਾਚ ਸਮਾਵੇ, ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ, ਉਹਦਾ ਰੂਪ ਹੋ ਜਾਂਦਾ। ਆਸਾ ਮਹਿਲਾ ਤੀਜਾ। ਸ਼ਬਦ ਮੂਆ ਵਿੱਚੋਂ ਆਪ ਗਵਾਏ। ਨਾਮ ਦੇ ਰਾਹੀਂ ਸ਼ਬਦ ਦੇ ਨਾਲ ਜਿਹੜਾ ਮਰ ਜਾਂਦਾ ਹੈ, 2 ਤਰੀਕੇ ਦਾ ਮਰਨਾ ਹੁੰਦਾ। ਇੱਕ ਤੇ ਸਰੀਰ ਕਰਕੇ ਮਰਨਾ ਹੈ, ਉਹ ਤੇ ਹਰ ਇੱਕ ਨਹੀਂ ਮਰਨਾ ਹੈ। ਉਹ ਤੇ ਕੋਈ ਵੀ ਜਿਸਨੇ ਵਿੱਚ ਜਨਮ ਲਿਆ ਉਸਨੇ ਮਰਨਾ ਹੀ ਮਰਨਾ ਹੈ। ਕੋਈ ਕੁਝ ਸਾਲਾਂ ਬਾਅਦ ਮਰ ਜਾਂਦਾ ਹੈ, ਕੋਈ ਸਦੀਆਂ ਬਾਅਦ ਮਰ ਜਾਂਦਾ ਹੈ। ਜਿਹੜੇ ਯੋਗੀ ਪ੍ਰਾਣਾਯਾਮ ਕਰਦੇ ਨੇ ਆਪਣੀ ਉਮਰ ਵਧਾ ਲੈਂਦੇ ਨੇ, ਕਿਉਂਕਿ ਸਿੱਖ ਧਰਮ ਕਹਿੰਦਾ ਹੈ ਵੀ ਦਿਨ ਅਤੇ ਸਵਾਸ ਪਰਮਾਤਮਾ ਨੇ ਗਿਣ ਕੇ ਪਾਏ ਨੇ, ਪਰ ਯੋਗ ਮਤ ਕਹਿੰਦੇ ਨਹੀਂ, ਦਿਨ ਨਹੀਂ ਗਿਣ ਕੇ ਪਾਏ, ਸਵਾਸ ਗਿਣ ਕੇ ਪਾਏ ਨੇ। ਆਮ ਬੰਦਾ 1 ਮਿੰਟ ਵਿੱਚ 12 ਵਾਰੀ ਸਾਹ ਲੈਂਦਾ ਹੈ, ਉਹਦੀ ਉਮਰ 100 ਸਾਲ ਗਿਣੀ ਗਈ ਹੈ। ਜਿਹੜਾ ਬੰਦਾ ਮਿੰਟ 'ਚ 8 ਵਾਰ ਸਾਹ ਲਵੇ, ਉਹਦੀ ਉਮਰ 200 ਸਾਲ ਹੋ ਜਾਂਦੀ ਹੈ। ਜਿਹੜਾ ਬੰਦਾ 1 ਮਿੰਟ 'ਚ 4 ਵਾਰੀ ਸਾਹ ਲਵੇ, ਉਹਦੀ ਉਮਰ 300 ਸਾਲ ਹੋ ਜਾਂਦੀ ਹੈ। ਜਿਹੜਾ ਬੰਦਾ 1 ਮਿੰਟ 2 ਵਾਰੀ ਸਾਹ ਲਵੇ, ਉਹਦੀ ਉਮਰ 400 ਸਾਲ ਹੋ ਜਾਂਦੀ ਹੈ।
ਇਸ ਲਈ ਪ੍ਰਾਣਾਯਾਮ ਕਰਕੇ ਲੰਮੀ ਉਮਰ ਕੀਤੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਹਿਮਾਲਾ ਪਰਬਤ 'ਤੇ ਗਏ, ਉੱਥੇ ਬੜੇ ਹੀ ਵੱਡੀ ਉਮਰ ਦੇ ਯੋਗੀ ਬੈਠੇ ਸਨ। ਜਦੋਂ ਕਿਸੇ ਗੁਰਮੁਖ ਪਿਆਰੇ ਨੇ ਹੇਮਕੁੰਡ ਸਾਹਿਬ ਦਾ ਅਸਲੀ ਥਾਂ ਲੱਭਣਾ ਸੀ ਵੀ ਕਿੱਥੇ ਬੈਠ ਕੇ ਦਸਮ ਪਾਤਸ਼ਾਹ ਨੇ ਤਪੱਸਿਆ ਕੀਤੀ, ਤਾਂ ਉਹ ਬੰਦਾ ਜਿਹੜਾ ਹੈ ਹਰਿਦੁਆਰ ਤੋਂ ਅੱਗੇ ਰਿਸ਼ੀਕੇਸ਼ ਆਉਂਦਾ ਹੈ। ਰਿਸ਼ੀਕੇਸ਼ ਦੇ ਬਾਹਰਲੇ ਪਾਸੇ ਨਦੀ ਦੇ ਟੱਪ ਕੇ ਪਰਲੇ ਕਿਨਾਰੇ 'ਤੇ 84 ਗੁਫਾਵਾਂ ਬਣੀਆਂ ਹੋਈਆਂ ਹਨ, ਜਿਸ ਦੇ ਵਿੱਚ ਸਾਧੂ ਬੈਠੇ ਨੇ ਔਰ ਬਹੁਤ ਉਮਰ ਦੇ ਬੈਠੇ ਨੇ। ਉਹ ਸਾਰੇ ਸਾਧੂਆਂ ਨੂੰ ਵਾਰੀ ਮਿਲ ਜਾਏਗਾ। ਇੱਕ ਸਾਧੂ ਦੇ ਉੱਪਰਲੇ ਭਰਵੱਟਿਆਂ ਦਾ ਜਿਹੜਾ ਮਾਸ ਸੀ ਉਹ ਲਟਕ ਕੇ ਅੱਗੇ ਤੱਕ ਆਇਆ ਸੀ, ਅੱਖਾਂ ਦੇ ਅੱਗੇ। ਪਤਾ ਲੱਗਿਆ ਵੀ ਬਹੁਤ ਵੱਡੀ ਉਮਰ ਦਾ ਸਾਧੂ ਹੈ। ਉਸ ਨੇ ਜਾ ਕੇ ਮੱਥਾ ਟੇਕਿਆ। ਸਾਧੂ ਨੇ ਕਹਿੰਦਾ ਆਪਣੇ ਦੋਨਾਂ ਹੱਥਾਂ ਨਾਲ ਆਪਣਾ ਅੱਖਾਂ ਕੋ ਮਾਸ ਚੱਕਿਆ ਅਤੇ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਮਹਾਤਮਾ ਜੀ ਮੇਰੀ ਇੱਕ ਬੇਨਤੀ ਹੈ, ਕੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ? ਉਹ ਕਹਿੰਦਾ ਹਾਂ, ਜਦੋਂ ਗੁਰੂ ਨਾਨਕ ਜੀ ਹਰਿਦੁਆਰ ਆਏ ਸਨ ਮੈਂ ਉਦੋਂ 8-9 ਸਾਲਾਂ ਦਾ ਸੀ, ਮੈਂ ਉਹਨਾਂ ਦੇ ਦਰਸ਼ਨ ਕੀਤੇ ਹਨ। ਭਾਵ ਇੰਨੀ ਉਮਰ ਦੇ ਸਾਧੂ ਬੈਠੇ ਹੋਏ ਸਨ ਉੱਥੇ। ਕਿਉਂਕਿ ਪ੍ਰਾਣਾਯਾਮ ਇਹ ਕਹਿੰਦਾ ਕਿ ਤੁਸੀਂ ਆਪਣੀ ਉਮਰ ਨੂੰ ਵਧਾ ਸਕਦੇ ਹੋ। ਜਿੰਨੇ ਅਸੀਂ ਘੱਟ ਸਾਹ ਲਵਾਂਗੇ ਓਨੀ ਸਾਡੀ ਉਮਰ ਲੰਮੀ ਹੋ ਜਾਵੇਗੀ। ਇਸ ਲਈ ਪ੍ਰਾਣਾਯਾਮ ਦਾ ਪਹਿਲਾ ਅਸੂਲ ਹੈ ਕਿ ਲੰਮਾ ਸਾਹ ਲਵੋ। ਅਭਿਆਸ ਕਰਾਉਂਦੇ ਰਹੋ ਵੀ ਸਾਹ ਖਿੱਚੀ ਜਾਓ, ਭਰੋ ਅੰਦਰ ਆਪਣੇ ਸਾਹ ਪੂਰਾ। ਜਦੋਂ ਖਿੱਚ ਲਓ ਫਿਰ ਰੋਕ ਲਓ, ਉਸਨੂੰ ਰੋਕੀ ਰੱਖੋ ਜਿੰਨਾ ਚਿਰ ਤੁਸੀਂ ਰੋਕ ਸਕਦੇ ਹੋ। ਫਿਰ ਉਸਨੂੰ ਹੌਲੀ ਛੱਡੋ। ਹੌਲੀ ਸਾਹ ਖਿੱਚੀ ਜਾਓ, ਫਿਰ ਉਹਨੂੰ ਰੋਕੀ ਰੱਖੋ, ਫਿਰ ਉਸਨੂੰ ਹੌਲੀ ਛੱਡੋ। ਕਿਉਂਕਿ ਇਸ ਤਰ੍ਹਾਂ ਤੁਸੀਂ ਤੰਦਰੁਸਤ ਹੋਣਾ ਸ਼ੁਰੂ ਹੋ ਜਾਓਗੇ। ਕਿਉਂਕਿ ਤੁਸੀਂ ਸਾਹ ਘੱਟ ਲਵੋਗੇ ਤਾਂ ਤੁਹਾਡੀ ਉਮਰ ਲੰਮੀ ਹੋਣੀ ਸ਼ੁਰੂ ਹੋ ਜਾਏਗੀ। ਪਰ ਸਿੱਖ ਧਰਮ ਦੇ ਵਿੱਚ ਲੰਮੀ ਉਮਰ ਦੀ ਕੋਈ ਮਹਾਨਤਾ ਨਹੀਂ ਹੈ। ਮਹਾਨਤਾ ਹੈ ਕਿ ਤੁਸੀਂ ਜਿੰਨੀ ਵੀ ਤੁਹਾਨੂੰ ਉਮਰ ਮਿਲੀ ਸੀ ਉਹ 'ਚ ਕਿੰਨਾ ਸਮਾਂ ਤੁਸੀਂ ਭਜਨ ਬੰਦਗੀ ਕੀਤੀ। ਮਹਾਨਤਾ ਭਜਨ ਬੰਦਗੀ ਦੀ ਹੈ, ਲੰਮੀ ਉਮਰ ਦੀ ਨਹੀਂ ਹੈ। ਸੋ ਗੁਰੂ ਮਹਾਰਾਜ ਕਹਿੰਦੇ ਜਮ ਕਾਲ 'ਚ ਸਨੇੜ ਨਾ ਆਵੇ, ਨਾਨਕ ਗੁਰਮੁਖ ਸਾਚ ਸਮਾਵੇ। ਜਿਹੜਾ ਨਾਮ ਜਪਦਾ ਹੈ, ਜੋ ਗੁਰਮੁਖ ਹੈ, ਅੱਗੇ ਚੱਲਿਆ ਸੀ ਆਸਾ ਮਹਿਲਾ ਤੀਜਾ, ਸ਼ਬਦ ਮੁਗਾ ਵਿੱਚੋਂ ਆਪ ਗਵਾਈ। ਸੋ ਚੱਲ ਰਿਹਾ ਸੀ ਇੱਕ ਤਾਂ ਹਰ ਇੱਕ ਨੇ ਸਰੀਰ ਜਿਹਨੇ ਧਾਰਨ ਕੀਤਾ ਉਹਨੇ ਮਰਨਾ ਹੀ ਮਰਨਾ। ਇੱਕ ਉਹਦੇ ਨਾਮ ਨਾਲ ਮਰਨਾ, ਉਹ ਉਹਦੇ ਅੰਦਰੋਂ ਹਉਮੈ ਨੂੰ ਖਤਮ ਕਰ ਲੈਣਾ। ਪਹਿਲਾਂ ਤਾਂ ਧਾਰਮਿਕ ਪੁਸਤਕਾਂ ਪੜ੍ਹ ਕੇ ਗਿਆਨ ਹੋਣਾ ਕਿ ਮਨੁੱਖ ਹਉਮੈ ਕਰਦਾ ਕਿਉਂ ਹੈ, ਫਿਰ ਇਹਦੀ ਹਉਮੈ ਕਿਵੇਂ ਖਤਮ ਹੋ ਸਕਦੀ ਹੈ। ਜਦੋਂ ਮਨੁੱਖ ਪੜ੍ਹਦਾ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਦਾ ਅਤੇ ਨਾਮ ਦਾ ਆਪਸੀ ਵਿਰੋਧ ਹੈ, ਦੋਨੋਂ ਇੱਕ ਥਾਂ 'ਤੇ ਨਹੀਂ ਵਸ ਸਕਦੇ। ਜਿੱਥੇ ਹਉਮੈ ਹੋਵੇਗੀ ਉੱਥੇ ਨਾਮ ਨਹੀਂ ਹੋਏਗਾ, ਅਤੇ ਜਿੱਥੇ ਨਾਮ ਹੋਏਗਾ ਉੱਥੇ ਹਉਮੈ ਨਹੀਂ ਹੋਏਗੀ। ਪਰਮਾਤਮਾ ਨੂੰ ਹਉਮੈ ਬਿਲਕੁਲ ਨਹੀਂ ਚੰਗੀ ਲੱਗਦੀ। ਸਵਾਲ ਪੈਦਾ ਵੀ ਕਿਉਂ ਨਹੀਂ ਚੰਗੀ ਲੱਗਦੀ? ਉਹ ਕਹਿ ਰਿਹਾ ਇਨਸਾਨ ਨੂੰ ਪਰਮਾਤਮਾ ਕਿ ਜੋ ਕੁਛ ਤੇਰੇ ਕੋਲ ਹੈ ਇਹ ਤਾਂ ਮੇਰਾ ਦਿੱਤਾ ਹੋਇਆ ਹੈ, ਅਤੇ ਮੇਰੇ ਦਿੱਤੇ ਤੂੰ ਕਾਹਦਾ ਹੰਕਾਰ ਕਰਿਆ। ਪਰ ਸਾਨੂੰ ਹੁੰਦਾ ਮੈਂ ਨੌਕਰੀ ਕਰਕੇ ਘਰ ਪਾਇਆ, ਮੈਂ ਕਮਾ ਕੇ ਜਿਹੜਾ ਹੈ ਕਾਰ ਖਰੀਦੀ ਹੈ, ਮੈਂ ਕਮਾ ਕੇ ਆਹ ਕੀਤਾ, ਮੈਂ ਘਰ ਬਣਾਇਆ। ਪਰਮਾਤਮਾ ਕਹਿੰਦਾ ਨਹੀਂ, ਇਹ ਤਾਂ ਮੇਰੀ ਬਖਸ਼ਿਸ਼ ਹੋਈ ਹੈ ਤਾਂ ਤੂੰ ਘਰ ਬਣਾਇਆ, ਇਸੇ ਤੂੰ ਹੰਕਾਰ ਨਾ ਕਰ। ਜਦੋਂ ਗਿਆਨ ਹੋ ਗਿਆ, ਮੰਨ ਲਓ
ਹੁਣ ਮੈਨੂੰ ਗਿਆਨ ਹੋ ਗਿਆ ਕਿ ਜੋ ਕੁਝ ਵੀ ਜੈਮਲ ਸਿੰਘ ਤੇਰੇ ਕੋਲ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ, ਪਰ ਇਹਨੇ ਗਿਆਨ ਨਾਲ ਗੱਲ ਨਹੀਂ ਬਣਦੀ। ਠੀਕ ਹੈ, ਹੰਕਾਰ ਘੱਟ ਤੇ ਮੈਂ ਕਰਾਂਗਾ ਕਿਉਂਕਿ ਗਿਆਨ ਹੋ ਗਿਆ ਹੈ, ਪਰ ਉਹ ਜਿਹੜੀ ਹੰਕਾਰ ਦੀ ਅੰਦਰ ਜੜ੍ਹਾਂ ਨੇ ਉਹ ਛੇਤੀ ਛੇਤੀ ਨਹੀਂ ਖਤਮ ਹੁੰਦੀਆਂ। ਉਹ ਗੁਰਬਾਣੀ ਕਹਿੰਦੇ ਨਾਮ ਜਪ ਜਪ ਕੇ ਹੀ ਹੋਣਗੇ। ਨਾਮ ਜਪੀ ਜੋ ਜਪੀ ਜੋ ਜਪੀ ਜੋ ਜਪੀ ਜੋ, ਉਹਦੇ ਨਾਲ ਕੀ ਹੋਏਗਾ? ਆਪਾਂ ਗੁਣ ਗ੍ਰਹਿਣ ਕਰੀ ਜਾਈਏ, ਔਗਣ ਹੌਲੀ ਹੌਲੀ ਖਤਮ ਹੋ ਜਾਂਦੇ। ਜਦੋਂ ਅਸੀਂ ਨਾਮ ਜਪੀ ਜਾਵਾਂਗੇ, ਜਪੀ ਜਾਵਾਂ, ਅੰਦਰ ਹਉਮੈ ਜਿਹੜੀ ਉਹ ਖਤਮ ਹੁੰਦੀ ਜਾਵੇਗੀ। ਜਿਵੇਂ ਮੈਂ ਤੁਹਾਨੂੰ ਇੱਕ ਵਾਰੀ ਦੱਸਿਆ ਸੀ ਵੀ ਮੈਂ ਗਲਾਸ ਲਵੇੜ ਲਿਆ ਮਿੱਟੀ ਨਾਲ, ਜੀ ਲਵੇੜ ਕੇ ਉਹਨੂੰ ਟੂਟੀ ਦੇ ਹੇਠਾਂ ਰੱਖਤਾ ਵੀ ਮੈਂ ਨਾ ਇਹਨੂੰ ਹੱਥਾਂ ਨਾਲ ਸਾਫ਼ ਨਹੀਂ ਕਰਨਾ। ਟੂਟੀ ਫੁੱਲ ਛੱਡਤੇ, ਉਹ ਜਿੰਨਾ ਵਿੱਚ ਗੰਦ ਮੰਦ ਸੀ ਗਲਾਸ ਦੇ ਉਹ ਸਾਰਾ ਬਾਹਰ ਨਿਕਲ ਜਾਏਗਾ, ਕਿ ਪਾਣੀ ਨੇ ਗਲਾਸ 'ਚ ਬਾਹਰ ਨਿਕਲਣਾ ਸੀ। ਕਾਫੀ ਸਮੇਂ ਬਾਅਦ ਗਲਾਸ ਬਿਲਕੁਲ ਸਾਫ਼ ਹੋ ਗਿਆ। ਇਸੇ ਤਰ੍ਹਾਂ ਜੇ ਅਸੀਂ ਨਾਮ ਜਪੀ ਜਾਵਾਂਗੇ, ਅੰਦਰ ਜੋ ਹਉਮੈ ਹੈ ਉਹ ਬਾਹਰ ਨਿਕਲਣੀ ਸ਼ੁਰੂ ਹੋ ਜਾਵੇਗੀ। ਇੱਕ ਦਿਨ ਜਦੋਂ ਸਾਰੀ ਹਉਮੈ ਬਾਹਰ ਨਿਕਲ ਗਈ, ਫਿਰ ਪਰਮਾਤਮਾ ਉੱਥੇ ਪ੍ਰਵੇਸ਼ ਕਰ ਜਾਏਗਾ, ਕਿਉਂਕਿ ਉਹਦੀ ਸ਼ਰਤ ਹੀ ਇੱਕੋ ਹੈ ਵੀ ਜੇ ਤੁਹਾਡੇ ਅੰਦਰ ਹਉਮੈ ਹੋਏਗੀ, ਮੈਂ ਤੁਹਾਡੇ ਅੰਦਰ ਨਹੀਂ ਵਸਣਾ। ਸਿੱਧਾ ਸਾਹਿਬ, ਮੈਂ ਉਦੋਂ ਵਸਾਂਗਾ ਜਦੋਂ ਤੁਹਾਡੇ ਅੰਦਰ ਹਉਮੈ ਖਤਮ ਹੋਵੇਗੀ। ਅਤੇ ਧਰਮ ਇਹ ਕਹਿੰਦਾ ਕਿ ਹਉਮੈ ਨਾਮ ਜਪ ਜਪ ਕੇ ਹੀ ਖਤਮ ਹੋਵੇਗੀ, ਉਂਝੇ ਨਹੀਂ ਹੁੰਦੀ ਖਤਮ। ਤਾਂ ਹੈ ਸ਼ਬਦ ਮੂੰਹ ਹੈ, ਇਸ ਲਈ ਨਾਮ ਰਾਹੀਂ ਜਿਹੜਾ ਅੰਦਰੋਂ ਮਰ ਜਾਂਦਾ ਹੈ, ਭਾਵ ਜਿਹਦੀ ਹਉਮੈ ਮਰ ਜਾਂਦੀ ਹੈ, ਉਹ ਅੰਦਰੋਂ ਆਪਣੇ ਆਪ ਨੂੰ ਗਵਾ ਲੈਂਦਾ। ਆਪ ਹਉਮੈ ਆਪਣੇ ਅੰਦਰ ਹਉਮੈ ਨੂੰ ਖਤਮ ਕਰ ਲੈਂਦਾ ਨਾਮ ਰਾਹੀਂ। ਸਤਿਗੁਰ ਸੇਵੇ ਤਿਲ ਨ ਤਮਾਏ, ਤਮਾਏ ਹੁੰਦਾ ਤਮਾ, ਤਮਾ ਫਾਰਸੀ ਦਾ ਸ਼ਬਦ ਹੈ ਲਾਲਚ। ਉਹ ਗੁਰੂ ਦੀ ਸੇਵਾ ਕਰਦਾ, ਪਰ ਉਹ ਲਾਲਚ ਕੋਈ ਨਹੀਂ ਹੁੰਦਾ ਮੈਂ ਗੁਰੂ ਤੋਂ ਪੁੱਤਰ ਮੰਗਣਾ ਜਾਂ ਆਹ ਚੀਜ਼ ਮੰਗਣੀ ਹੈ, ਬਸ ਉਹ ਸੇਵਾ ਕਰਦਾ। ਤਾਂ ਇਹ ਕਹਿੰਦਾ ਸੇਵਕ ਕੋ ਸੇਵਾ ਬਣਾ। ਸੇਵਾਦਾਰ ਨੇ ਤਾਂ ਬਸ ਸੇਵਾ ਕਰਨੀ ਹੈ। ਮਾਲਕ ਖੁਸ਼ ਹੋ ਨਾਰਾਜ਼ ਹੋ, ਲੋਕ ਕੁਛ ਕਹਿਣ ਨਾ, ਉਸਨੂੰ ਕੋਈ ਲੈਣ ਦੇਣਾ ਨਹੀਂ, ਹੁਣ ਤਾਂ ਸੇਵਾ ਕਰਨੀ ਹੈ। ਭਾਈ ਲਹਿਣਾ ਜੀ ਇਸ ਲਈ ਗੁਰੂ ਨਾਨਕ ਦੇਵ ਜੀ ਕੋਲ ਨਹੀਂ ਸਨ ਆਏ ਕਿ ਮੈਂ ਉਹਨਾਂ ਦੀ ਸੇਵਾ ਕਰਕੇ ਗੁਰੂ ਬਣ ਜਾਵਾਂਗਾ, ਇਹ ਤਾਂ ਉਹਨਾਂ ਸੋਚਿਆ ਵੀ ਨਹੀਂ ਸੀ। ਬਸ ਉਹ ਤਾਂ ਸੇਵਾ ਕਰਦੇ ਸਨ, ਕੋਈ ਆਪਣੇ ਵਿਚਾਰ ਪੇਸ਼ ਨਹੀਂ ਸਨ ਕਰਦੇ ਵੀ ਆਪਾਂ ਮਹਾਰਾਜ ਜੀ ਐਂ ਕਰ ਲਈਏ, ਕਿਤੇ ਵੀ ਨਹੀਂ ਹੁੰਦਾ। 7 ਸਾਲ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਕੋਲ ਰਹੇ ਕਰਤਾਰਪੁਰ। ਉਹਨਾਂ ਨੇ ਇੱਕ ਵਾਰ ਵੀ ਗੁਰੂ ਨਾਨਕ ਦੇਵ ਜੀ ਨੂੰ ਕੋਈ ਸਲਾਹ ਨਹੀਂ ਦਿੱਤੀ। ਕੋ ਸਮਝਦੇ ਸੀ ਵੀ ਇਹ ਤਾਂ ਆਪ ਰੱਬ ਰੂਪ ਨੇ, ਇਹਨਾਂ ਨੂੰ ਕੀ ਸਲਾਹ ਦਿੱਤੀ ਜਾ ਸਕਦੀ ਹੈ। ਜੋ ਗੁਰੂ ਨਾਨਕ ਦੇਵ ਨੇ ਕਿਹਾ ਉਹਨਾਂ ਨੇ ਖਿੜੇ ਮੱਥੇ 7 ਵਚਨ ਕਰਕੇ ਮੰਨੇ, ਬੱਝੇ ਰੁੱਝੇ ਨਹੀਂ ਮੰਨਿਆ। ਇਸ ਤਰ੍ਹਾਂ ਗੁਰੂ ਨਹੀਂ ਖੁਸ਼ ਹੁੰਦਾ, ਖਿੜੇ ਮੱਥੇ ਮੰਨਿਆ। ਔਰ ਫਿਰ 100% ਵਿਸ਼ਵਾਸ ਸੀ ਕਿ ਜੋ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਹ ਸੱਚ ਹੈ। ਦੇਖੋ ਇਸ ਗੱਲ 'ਤੇ ਵਿਸ਼ਵਾਸ ਲਿਆਉਣਾ ਬੜਾ ਕਠਿਨ ਹੈ ਕਿ ਭਾਈ ਲੈਣਾ ਜੀ ਦਰਖਤ 'ਤੇ ਚੜ੍ਹੋ, ਦਰਖਤ ਨੂੰ ਹਿਲਾਓ, ਮਠਿਆਈ ਡਿੱਗੇਗੀ। ਉਹ ਤੋਂ ਪਹਿਲਾਂ ਕੋਈ ਉਦਾਹਰਣ ਹੀ ਨਹੀਂ ਸੀ ਹਿਸਟਰੀ 'ਚ। ਜੇ ਪਹਿਲਾਂ ਉਦਾਹਰਣ ਕੋਈ ਹੋਵੇ ਨਾ, ਫਿਰ ਬੰਦਾ ਹੁੰਦਾ ਜੀ ਉੱਥੇ ਹੋ ਗਿਆ ਸੀ, ਇਹ ਵੀ ਕਰ ਲੈਣਗੇ, ਹੈ ਹੀ ਕੋਈ ਨਹੀਂ। ਦੂਜਿਆਂ ਨੇ ਡਾਊਟ ਕੀਤਾ ਵੀ ਕਦੇ ਦਰਖਤਾਂ ਤੋਂ ਵੀ ਮਠਿਆਈ ਡਿੱਗੀ ਹੈ। ਅਜੇ ਹੁਣ ਵੀ ਆਪਾਂ ਸੋਚੀਏ ਵੀ ਦਰਖਤਾਂ ਤੋਂ ਕਦੇ ਡਿੱਗੀ ਨਹੀਂ ਡਿੱਗਦੀ। ਜਿਨ੍ਹਾਂ ਨੂੰ ਡਾਊਟ ਸੀ ਉਹਨਾਂ ਨੇ ਜਵਾਬ ਦਿੱਤਾ, ਹੱਸੀ ਗਏ, ਮਹਾਰਾਜ ਜੀ ਕਦੇ ਦਰਖਤਾਂ ਨੂੰ ਮਠਿਆਈ ਲੱਗੀ। ਪਰ ਭਾਈ ਲਹਿਣਾ ਜੀ ਨੂੰ ਪਤਾ ਸੀ ਵੀ ਇਹ ਜਿਹੜੀ ਸਾਰੀ ਕੁਦਰਤ ਹੈ ਬ੍ਰਹਮ ਗਿਆਨੀ ਦੇ ਅਧੀਨ ਹੁੰਦੀ ਹੈ। ਬ੍ਰਹਮ ਗਿਆਨੀ ਜਿਵੇਂ ਕਹੇ ਕੁਦਰਤ ਉਵੇਂ ਕਰਦੀ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਕਹਿੰਦੇ ਮਠਿਆਈ ਡਿੱਗੇਗੀ, ਬਸ ਡਿੱਗੇਗੀ। ਇਸ ਵਿਸ਼ਵਾਸ ਨਾਲ ਚੜ੍ਹ ਕੇ ਔਰ ਜਦ ਦਰਖਤ ਹਿਲਾਇਆ, ਵਾਕਈ ਮਠਿਆਈ ਡਿੱਗ ਰਹੀ ਹੈ। ਇਹ ਅੰਦਰ ਹਉਮੈ ਬਿਲਕੁਲ ਹੈ ਹੀ ਨਹੀਂ। ਜਿਨ੍ਹਾਂ ਦੇ ਅੰਦਰ ਥੋੜ੍ਹੀ ਬਹੁਤੀ ਹਉਮੈ ਸੀ ਉਹ ਹੱਸੀ ਗਏ ਵੀ ਕਦੇ ਦਰਖਤਾਂ ਨੂੰ ਵੀ ਮਠਿਆਈ ਲੱਗੀ। ਸੋ ਐਵੇਂ ਨਹੀਂ ਉਹਨਾਂ ਨੂੰ ਗੁਰਗੱਦੀ ਮਿਲੀ ਜਾ ਕੇ। ਅਤੇ 12 ਸਾਲ ਜਿਹੜਾ ਹੈ
ਆਪਣਾ ਤੀਸਰੇ ਪਾਤਸ਼ਾਹ ਨੇ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ। ਕੋਈ ਮੰਗਿਆ ਹੀ ਨਹੀਂ 12 ਸਾਲਾਂ 'ਚ, ਕੁਛ ਆਉਂਦੇ ਨਹੀਂ ਹਿਸਟਰੀ ਦੇ ਵਿੱਚ ਵੀ ਉਹਨਾਂ ਕੋਈ ਮੰਗਿਆ ਹੋਵੇ ਗੁਰੂ ਮਹਾਰਾਜ ਤੋਂ। ਸੇਵਾ ਕਰਦੇ ਰਹੇ, ਸਿਮਰਨ ਕਰਦੇ ਰਹੇ, ਬਸ ਜੋ ਕਿਹਾ ਗੁਰੂ ਮਹਾਰਾਜ ਨੇ ਉਸ ਤਰ੍ਹਾਂ ਕੀਤਾ। ਸਾਡੇ ਵਰਗਾ ਹੁੰਦਾ ਕਿ ਮਹਾਰਾਜ ਜੀ ਜਦੋਂ ਤੇ ਖੂਹੀ ਲੱਗੀ ਹੈ ਘਰ 'ਚ, ਅਤੇ ਉਹ 6 ਮੀਲਾਂ ਤੋਂ ਪਾਣੀ ਲਿਆਉਣ ਦੀ ਕੀ ਲੜਾ ਦਰਿਆ ਦਾ ਹੈ, ਇੱਥੇ ਨਾਲ ਮੈਥੀ ਕੱਢ ਕੇ ਤੁਹਾਨੂੰ ਦੇ ਇੱਥੇ ਨਾ ਲਓ। ਆਪਣਾ ਵਰਗਾ ਹੁੰਦਾ ਤੇ ਐਂ ਹੀ ਕਹਿ ਦਿੰਦਾ ਵੀ ਮਹਾਰਾਜ ਘਰ 'ਚ ਖੂਹੀ ਲੱਗੀ ਹੋਈ ਹੈ, ਅਤੇ ਉਹ ਐਡੀ ਦੂਰੋਂ ਦਰਿਆ ਤੋਂ ਪਾਣੀ ਗਰਮੀਆਂ ਸਰਦੀਆਂ ਲੈ ਕੇ ਆਓ ਹੈ, ਅਤੇ ਖੂਹੀ ਦਾ ਪਾਣੀ ਤਾਂ ਠੰਡਾ ਹੀ ਹੈ, ਇੱਥੇ ਨਾ ਲਓ ਹੈ। ਸਾਡੇ ਵਰਗੇ ਨੇ ਐਂ ਕਹਿਣਾ ਸੀ। 7 ਬਚਨ ਜੀ ਬਸ 12 ਸਾਲ ਢੋਂਦੇ ਰਹੇ ਪਾਣੀ। ਇਸ ਕਰਕੇ ਜਿਹੜਾ ਹੈ ਸੇਵਕ ਕੋ ਸੇਵਾ ਪਾਉਣਾ, ਬਸ ਉਹਨੇ ਤਾਂ ਜਿਹੜਾ ਸੇਵਾਦਾਰ ਉਹਨਾਂ ਤਾਂ ਸੇਵਾ ਕਰਨੀ। ਨਹੀਂ ਆਮ ਲੋਕਾਂ 'ਚ ਸੇਵਾ ਕਰਦਿਆਂ ਕਰਦਿਆਂ ਹਉਮੈ ਆ ਜਾਂਦੀ ਹੈ। ਤਮਾਸ਼ਾ ਵੇਖਣਾ ਹੋਵੇ, ਮੈਂ ਵੇਖਿਆ ਇੱਕ ਬੰਦਾ ਖੜਦਾ ਫਲਾਣੇ ਤਾਂ ਮੈਂ ਭਾਈ ਕੱਲ੍ਹ ਤੋਂ ਨਾ ਤੁਸੀਂ ਇੱਥੇ ਨਹੀਂ ਖੜਨਾ, ਤੁਸੀਂ ਅੰਦਰ ਬੈਠ ਕੇ ਕਥਾ ਕੀਰਤਨ ਸੁਣਿਆ ਕਰੋ। ਉਹ ਮੁੜ ਕੇ ਆਇਆ ਹੀ ਨਹੀਂ। ਦੂਜਾ ਫਿਰ ਉਹਨੂੰ ਕਿਹਾ ਤੂੰ ਆਹ ਡਿਊਟੀ ਨਹੀਂ ਕਰਨੀ, ਕੱਲ੍ਹ ਤੋਂ ਤੂੰ ਆਹ ਕਰਨੀ ਹੈ, ਉਹ ਵੀ ਨਹੀਂ ਆਇਆ। ਤੀਜੇ ਨੂੰ ਮੈਂ ਕਿਹਾ ਵੀ ਤੂੰ ਆਹ ਡਿਊਟੀ ਨਹੀਂ ਕਰਨੀ ਹੈਗੀ, ਇਹ ਕਰਨੀ ਹੈ, ਉਹ ਵੀ ਮੁੜ ਕੇ ਨਹੀਂ ਆਇਆ। ਵੀ ਹਾਂ ਸੇਵਾ ਕਰਦੇ ਮੇਰੇ ਅੰਦਰ ਹਉਮੈ ਪੈਦਾ ਹੋ ਜਾਂਦੇ। ਕੀ ਖੱਟਿਆ ਫਿਰ? ਹਉਮੈ ਤਾਂ ਸਗੋਂ ਦੂਰ ਕਰਨੀ ਹੈ, ਅਤੇ ਜੇ ਅੰਦਰ ਹਉਮੈ ਆ ਗਈ ਹੈ ਤਾਂ ਫਿਰ ਖੱਟਿਆ ਤਾਂ ਕੁਛ ਵੀ ਨਾ। ਠੀਕ ਹੈ ਸੇਵਾ ਕਰਦੇ ਰਹੇ, ਖੱਟਿਆ ਕੁਛ ਨਹੀਂ, ਹਉਮੈ ਤਾਂ ਅੰਦਰੋਂ ਖਤਮ ਹੋਈ ਹੀ ਨਾ। ਇਹ ਤਾਂ ਹੁਣ ਮੰਨ ਲਓ ਤੁਸੀਂ ਸੇਵਾ ਕਰੋ ਦੁੱਖ ਨਾਰਸਾਂ ਜਾ ਕੇ, ਮੈਨੇਜਰ ਸਾਹਿਬ ਆ ਕੇ ਕਹਿੰਦੇ ਭਾਈ ਤੂੰ ਆਹ ਸੇਵਾ ਨਾ ਕਰ, ਤੂੰ ਆਹ ਕਰ, ਅਤੇ ਤੁਸੀਂ ਮੁੜ ਕੇ ਜਾਂਦੇ ਹੀ ਨਹੀਂ। ਹਾਂ ਮੈਨੂੰ ਇਹ ਸੇਵਾ 'ਤੇ ਕਿਉਂ ਹਟਾਤਾ? ਅਤੇ ਫਿਰ ਇਹ ਤਾਂ ਮਤਲਬ ਐਵੇਂ ਹੀ ਸੀ। ਇਹ ਤਾਂ ਪ੍ਰਬੰਧਕਾਂ ਨੇ ਵੇਖਣਾ ਹੈ ਕਿਸੇ ਤੋਂ ਕੀ ਸੇਵਾ ਲੈਣੀ। ਹੁਣ ਠੀਕ ਹੈ ਜੀ ਇਸ ਤੋਂ ਸੇਵਾ ਕਰਨੀ, ਆਹ ਕਰ ਦਿੰਦੇ ਬਸ। ਖੁਸ਼ੀ ਖੁਸ਼ੀ ਕਰੋ ਜੋ ਕਰਨਾ, ਉਹਨੂੰ ਹੱਕ ਨਾ ਬਣਾ ਲਾ ਆਪਣਾ ਵੀ ਇਹ ਮੇਰਾ ਹੱਕ ਹੈ, ਇਹਨੂੰ ਹੋਰ ਨਹੀਂ ਕੋਈ ਲੈ ਸਕਦਾ। ਇਸ ਤਰ੍ਹਾਂ ਫਿਰ ਖੁਸ਼ੀ ਨਹੀਂ ਮਿਲਦੀ ਹੈਗੀ। ਸੋ ਗੁਰੂ ਦੀ ਸੇਵਾ ਕਰਦਾ ਪਰ ਤਿਲ ਨਾ ਤਮੈ, ਤਿਲ ਮਾਤਰ ਵੀ ਨੂੰ ਤਮਾ ਲਾਲਚ ਨਹੀਂ ਕੋਈ। ਨਿਰਭਉ ਦਾਤਾ ਸਦਾ ਮਨ ਹੋਏ। ਇਹੋ ਜਿਹੇ ਅੰਦਰ ਪਰਮਾਤਮਾ ਜੋ ਨਿਰਭਉ ਹੈ, ਜੋ ਦਾਤਾ ਹੈ, ਉਹ ਸਦਾ ਉਹਨਾਂ ਦੇ ਮਨ 'ਚ ਵਸਦਾ ਹੈ। ਸੱਚੀ ਬਾਣੀ ਪਾਏ ਭਾਗ ਕੋਏ। ਇਹ ਸੱਚੀ ਬਾਣੀ ਰਾਹੀਂ ਜੇ ਕਿਸੇ ਦੇ ਵੱਡੇ ਭਾਗ ਹੋਣ ਤਾਂ ਜਾ ਕੇ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਭਾਗਾਂ ਅਨੁਸਾਰ ਹੀ ਹੁੰਦੀ ਹੈ। ਨਵੇਂ ਭਾਗ ਬਣਾਉਣੇ ਬਹੁਤ ਟਾਈਮ ਲੱਗਦਾ ਅਤੇ ਬੜਾ ਔਖਾ ਹੈ। ਅਸੀਂ ਜੋ ਕੁਛ ਵੀ ਕਰ ਰਹੇ ਆਪਣੀ ਕਿਸਮਤ ਅਨੁਸਾਰ ਕਰ ਰਹੇ ਹਾਂ। ਸਾਡੀ ਕਿਸਮਤ ਹੀ ਸਾਨੂੰ ਪ੍ਰੇਰਦੀ ਹੈ। ਭਜਨ ਬੰਦਗੀ ਕਰਾਉਣੀ ਕਿਸਮਤ 'ਚ ਲਿਖਿਆ ਹੁੰਦਾ, ਭਜਨ ਬੰਦਗੀ ਕਰੇਗਾ ਤਾਂ ਹੀ ਕਰਦੇ ਹੋ। ਉਂਝ ਨਹੀਂ ਤੁਸੀਂ ਆ ਗਏ। ਮੈਨੂੰ ਯਾਦ ਮੈਂ ਪਹਿਲੀ 'ਚ ਪੜ੍ਹਦਾ ਸੀ, ਖੇਡ ਰਿਹਾ ਵਿਹੜੇ 'ਚ, ਪਾਕਿਸਤਾਨ ਤੋਂ ਸਾਡੇ ਜੋਤਸ਼ੀ ਆ ਗਿਆ। ਸਾਡਾ ਜਿਹੜਾ ਪਿਤਾ ਪੁਰਖੀ ਜੋਤਸ਼ੀ ਸੀ, ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਸੀ। ਉਹ ਵੇਖ ਕੇ ਮੇਰੇ ਪਿਤਾ ਜੀ ਨੂੰ ਕਹਿੰਦਾ ਇਹ ਤੁਹਾਡਾ ਕੀ ਲੱਗਦਾ ਜੀ? ਉਹ ਕਹਿੰਦਾ ਮੇਰਾ ਲੜਕਾ ਹੈ। ਕਹਿੰਦੇ ਇਹ ਵੱਡਾ ਹੋ ਕੇ ਭਜਨ ਬੰਦਗੀ ਕਰੇਗਾ। ਦੇਖੋ ਪਹਿਲੀ 'ਚ ਦੱਸਦਾ ਸੀ ਉਸਨੂੰ, ਲਿਖਿਆ ਹੋਇਆ ਹੈ। ਉਸ ਲਿਖਤ ਦੇ ਅਨੁਸਾਰ ਬੰਦੇ ਦਾ ਆਪੇ ਹੀ ਮਨ ਉਸ ਤਰ੍ਹਾਂ ਦਾ ਕਰ ਜਾਂਦਾ ਹੈ। ਉਹ ਲਿਖਤ ਹੀ ਉਸ ਨੂੰ ਪ੍ਰੇਰਦੀ ਹੈ। ਉਹ ਬੰਦੇ ਦਾ ਉਸੇ ਤਰ੍ਹਾਂ ਹੌਲੀ ਹੌਲੀ ਮਨ ਹੋ ਜਾਂਦਾ ਹੈ, ਅਤੇ ਜੋ ਫਿਰ ਉਹਦੀ ਡਿਊਟੀ ਲੱਗੀ ਹੁੰਦੀ ਹੈ ਉਹ ਆਪਣੀ ਡਿਊਟੀ ਕਰ ਲੈਂਦਾ, ਅਤੇ ਉਹਦੇ ਵਿੱਚ ਉਹਨੂੰ ਜਿਹੜਾ ਹੈ ਕੋਈ ਔਖਿਆਈ ਨਹੀਂ ਹੁੰਦੀ। ਕਿਉਂ? ਉਹ ਕੁਦਰਤ ਵੱਲੋਂ ਡਿਊਟੀ ਲੱਗੀ ਹੁੰਦੀ ਹੈ ਉਸ 'ਤੇ। ਗੁਣ ਸੰਗਰੋ ਵਿੱਚੋਂ ਔਗਣ ਜਾਹੇ। ਸੰਗਰੋ ਨੇ ਇਕੱਠੇ ਕਰੋ। ਕਹਿੰਦੇ ਗੁਣਾਂ ਨੂੰ ਇਕੱਠੇ ਕਰੋ, ਔਗਣ ਆਪੇ ਵਿੱਚੋਂ ਚਲੇ ਜਾਣਗੇ। ਜਦੋਂ ਅਸੀਂ ਸਤ ਸੰਗਤ ਕਰਾਂਗੇ ਕੁਸੰਗਤ ਆਪੇ ਖਤਮ ਹੋ ਜਾਏਗੀ। ਜਦੋਂ ਅਸੀਂ ਗੁਣ ਗ੍ਰਹਿਣ ਕਰਾਂਗੇ ਔਗਣ ਆਪਣੇ ਆਪ ਹੀ ਖਤਮ ਹੋ ਜਾਣਗੇ।
ਸੋ ਗੁਣ ਗ੍ਰਹਿਣ ਕਰਨ। ਸਤ ਸੰਗਤ ਚ ਆ ਕੇ ਗੁਣ ਹੀ ਗ੍ਰਹਿਣ ਕਰਨੇ ਨੇ ਬਸ। ਜਿਉਂ ਜਿਉਂ ਗੁਣ ਵੱਧਦੇ ਜਾਣਗੇ ਔਗਣ ਆਪਣੇ ਆਪ ਘਟਦੇ ਜਾਣਗੇ। ਇਹ ਦੋਨੋਂ ਕੰਮ ਇਕੱਠੇ ਹੁੰਦੇ ਨੇ। ਗੁਣ ਵੱਧਦੇ ਜਾਣਗੇ ਔਗਣ ਘਟਦੇ ਜਾਣਗੇ, ਅਤੇ ਜੇ ਔਗਣ ਵੱਧ ਰਹੇ ਨੇ ਤਾਂ ਗੁਣ ਘਟਦੇ ਜਾਣਗੇ। ਨਾਮ ਜਪਾਂਗੇ ਗੁਣ ਵਧੀ ਜਾਣਗੇ, ਔਗਣ ਘਟੀ ਜਾਣਗੇ। ਨਾਮ ਨਹੀਂ ਜਪਾਂਗੇ ਔਗਣ ਵਧੀ ਜਾਣਗੇ, ਗੁਣ ਘਟੀ ਜਾਣਗੇ। ਹਰ ਬਿਸਰਤ ਤੇਰੇ ਗੁਣ ਕਰੇ। ਹਾਂ, ਜੇ ਨਾਮ ਨਹੀਂ ਜਪਾਂਗੇ ਜਿਹੜੇ ਗੁਣ ਨਾਲ ਲੈ ਕੇ ਆਏ ਜਨਮ ਵੇਲੇ ਉਹ ਖਤਮ ਹੋ ਜਾਣਗੇ। ਜਦੋਂ ਗੁਣ ਹੀ ਖਤਮ ਹੋ ਗਏ, ਅੰਦਰ ਔਗਣ ਹੀ ਔਗਣ ਰਹਿ ਗਏ, ਤਾਂ ਬੰਦਾ ਪੁੱਠੇ ਕੰਮ ਕਰੇਗਾ। ਪੁੱਠੇ ਕੰਮ ਕਰੇਗਾ ਫਿਰ ਦੁੱਖ ਭੋਗੇਗਾ। ਇਸ ਕਰਕੇ ਸਤ ਸੰਗਤ ਕਰਨਾ, ਬਾਣੀ ਪੜ੍ਹਨੀ ਹੈ, ਨਾਮ ਜਪਣਾ, ਤਾਂ ਜੋ ਸਾਡੇ ਗੁਣ ਵੱਧਦੇ ਜਾਣ ਅਤੇ ਔਗਣ ਘਟਦੇ ਜਾਣ। ਗੁਣ ਸੰਗਰੋ ਵਿੱਚੋਂ ਔਗਣ ਜਾਹੇ। ਇਹ ਭਾਈ ਗੁਣਾਂ ਨੂੰ ਇਕੱਠਿਆਂ ਕਰੋ, ਤੁਹਾਡੇ ਅੰਦਰ ਔਗਣ ਖਤਮ ਹੋ ਜਾਣਗੇ। ਫਿਰ ਕੀ ਹੋਏਗਾ? ਪੂਰੇ ਗੁਰ ਕੈ ਸ਼ਬਦ ਸਮਾਹੇ। ਪੂਰੇ ਗੁਰੂ ਨੇ ਜਿਹੜਾ ਸ਼ਬਦ ਦਿੱਤਾ ਹੈ ਉਹਦੇ ਰਾਹੀਂ ਤੁਸੀਂ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਓਗੇ। ਰਹਾਓ ਗੁਣਾ ਕਾ ਗਾਹਕ ਹੋਵੇ ਸੋ ਗੁਣ ਜਣ। ਗੁਣਾਂ ਦੀ ਕੀ ਕਦਰ ਵੀ ਉਹੀ ਜਾਣਦਾ ਜਿਹੜਾ ਗੁਣਾਂ ਦਾ ਗਾਹਕ ਹੈ। ਮੰਨ ਲਓ ਤੁਸੀਂ ਕਿਸੇ ਚੀਜ਼ ਦੇ ਗਾਹਕ ਹੀ ਨਹੀਂ ਹੈਗੇ, ਤੁਹਾਨੂੰ ਉਹਦੀ ਕੀਮਤ ਹੀ ਨਹੀਂ ਪਤਾ। ਕੀਮਤ ਦਾ ਵੀ ਪਤਾ ਜਿਹੜਾ ਹੈ ਉਹ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈ। ਸੋ ਗੁਣਾਂ ਦਾ ਗਾਹਕ ਉਹੀ ਹੁੰਦਾ ਜਿਹੜਾ ਗੁਣਾਂ ਨੂੰ ਜਾਣਦਾ ਹੈ। ਦੂਜਾ ਤੇ ਗੁਣ ਖਰੀਦਦਾ ਹੀ ਨਹੀਂ, ਗਾਹਕ ਹੀ ਨਹੀਂ ਬਣਦਾ। ਅੰਮ੍ਰਿਤ ਸ਼ਬਦ ਨਾਮ ਵਖਾਣਾ। ਫਿਰ ਜਿਹੜਾ ਗੁਣਾਂ ਦਾ ਗਾਹਕ ਹੁੰਦਾ ਕੀ ਕਰਦਾ? ਇਸ ਅੰਮ੍ਰਿਤਮਈ ਨਾਮ ਦਾ ਜਾਪ ਕਰਦਾ। ਵਖਾਣਾ ਜਾਪ ਕਰਦਾ, ਇਸ ਸ਼ਬਦ ਦਾ ਨਾਮ ਦਾ ਜਾਪ ਕਰਦਾ। ਕਿ ਉਹਨੂੰ ਪਤਾ ਨਾਮ ਰਾਹੀਂ ਗੁਣ ਪੈਦਾ ਹੋਣਗੇ, ਨਾਮ ਰਾਹੀਂ ਗੁਣ ਪੈਦਾ ਹੋਣੇ ਨੇ, ਇਸ ਲਈ ਨਾਮ ਜਪਦਾ ਰਹਿੰਦਾ। ਸਾਚੀ ਬਾਣੀ ਸੂਚਾ ਹੋਏ। ਇਹ ਬਾਣੀ ਸੱਚੀ ਹੈ, ਇਹਨੇ ਸਾਡੇ ਮਨ ਨੂੰ ਸੁਚੀਆਂ ਕਰਨਾ। ਜਿਉਂ ਜਿਉਂ ਅਸੀਂ ਬਾਣੀ ਪੜ੍ਹਦੇ ਹਾਂ ਸਾਡੇ ਮਨ ਦੀ ਮੈਲ ਲਹਿੰਦੀ ਹੈ। ਕਿਉਂ? ਸਾਨੂੰ ਗਿਆਨ ਹੋਈ ਜਾਂਦਾ ਹੈ। ਕੁਝ ਗੁਰੂ ਮਹਾਰਾਜ ਦੀ ਬਾਣੀ ਹੋਣ ਕਰਕੇ ਮਨ ਦੀ ਮੈਲ ਆਪੇ ਧੋਂਦੀ ਰਹਿੰਦੀ ਹੈ। ਸਾਚੀ ਬਾਣੀ ਸੁੱਚਾ ਹੋਏ। ਸੱਚੀ ਬਾਣੀ ਨਾਲ, ਗੁਰਬਾਣੀ ਰਾਹੀਂ ਮਨੁੱਖ ਦਾ ਮਨ ਸੁੱਚਾ ਹੋ ਜਾਂਦਾ ਹੈ। ਜਦੋਂ ਫਿਰ ਸੁੱਚਾ ਹੋ ਜਾਂਦਾ, ਗੁਣ ਅਤੇ ਨਾਮ ਪ੍ਰਾਪਤ ਹੋਏ। ਜਦੋਂ ਦੇ ਗੁਣ ਪੈਦਾ ਹੋ ਗਏ ਫਿਰ ਨਾਮ ਦੀ ਪ੍ਰਾਪਤੀ ਹੋ ਜਾਂਦੀ, ਫਿਰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਕਿਉਂਕਿ ਪਰਮਾਤਮਾ ਸਾਫ ਸੁਥਰੀ ਥਾਂ 'ਤੇ ਰਹਿੰਦਾ ਹੈ, ਉਹ ਰੂੜੀਆਂ 'ਤੇ ਨਹੀਂ ਰਹਿੰਦਾ ਹੈ। ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਰੂੜੀਆਂ ਲੱਗੀਆਂ ਹੋਈਆਂ ਹਨ। ਇਸ ਲਈ ਪਰਮਾਤਮਾ ਪ੍ਰਗਟ ਨਹੀਂ ਹੁੰਦਾ ਹੈ। ਸਾਡੇ ਕੂੜ ਕਬਾੜ ਨੇ ਉਹਨੂੰ ਢੱਕ ਰੱਖਿਆ ਹੈ। ਨਾਮ ਜਪ ਜਪ ਕੇ, ਬਾਣੀ ਪੜ੍ਹ ਪੜ੍ਹ ਕੇ ਅੰਦਰ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਰੂੜੀਆਂ ਲੱਗੀਆਂ ਉਹਨਾਂ ਨੂੰ ਬਾਹਰ ਕੱਢਾਂਗੇ, ਬਾਹਰ ਕੱਢਾਂਗੇ। ਫਿਰ ਜਿਹੜਾ ਹੈ, ਫਿਰ ਹੀ ਮੈਂ ਦੇਖਿਆ ਕਿਸੇ ਥਾਂ ਤੋਂ ਤੁਸੀਂ ਸਾਰੀ ਗੰਦਗੀ ਚੱਕ ਦਿਓ, ਉਸ ਥਾਂ ਤੋਂ ਫਿਰ ਵੀ ਬਦਬੂ ਆਉਂਦੀ ਹੈ। ਫਿਰ ਮਾਂਜਾ ਚੰਗੀ ਤਰ੍ਹਾਂ ਫੇਰਨਾ ਪੈਂਦਾ, ਫਿਰ ਸੁਣ ਕੇ ਦੇਖੋ ਫਿਰ ਵੀ ਬਦਬੂ ਆਉਂਦੀ ਹੈ। ਫਿਰ ਪੋਚਾ ਫੇਰਨਾ ਪੈਂਦਾ 2-3 ਵਾਰੀ, ਤਾਂ ਜਾ ਕੇ ਬਦਬੂ ਹਟਦੀ ਹੈ। ਪਹਿਲਾਂ ਤਾਂ ਇਸ ਨਾਮ ਨੇ ਅੰਦਰਲੀ ਸਾਰੀ ਰੂੜੀ ਨੂੰ ਬਾਹਰ ਕੱਢਣਾ ਹੈ, ਫਿਰ ਉਸ ਥਾਂ ਨੂੰ ਸਾਫ਼ ਕਰਨਾ ਹੈ। ਵੀ ਰੂੜੀ ਦਾ ਜਿਹੜਾ ਹੈ ਸਮੈਲ ਉਹ ਹੁਣ ਨਹੀਂ ਆਉਂਦੀ, ਹੁਣ ਥਾਂ ਬਿਲਕੁਲ ਸਾਫ਼ ਹੋ ਗਿਆ। ਜਿਉਂ ਹੀ ਸਾਡਾ ਮਨ ਰੂਪੀ ਹਿਰਦਾ ਸਾਫ਼ ਹੁੰਦਾ, ਪਰਮਾਤਮਾ ਪ੍ਰਗਟ ਹੋ ਜਾਂਦਾ। ਬਸ ਉਹ ਤਾਂ ਆਹੀ ਸ਼ਰਤ ਹੈ। ਉਹ ਕਿ ਤੁਸੀਂ ਆਪਣਾ ਮਨ ਸਾਫ਼ ਕਰ ਲਓ, ਮੈਂ ਪ੍ਰਗਟ ਹੋ ਜਾਵਾਂਗਾ। ਕਿਸੇ ਨੂੰ ਪੁੱਛਣ ਦੀ ਲੋੜ ਜੀ ਕਦੋਂ ਪ੍ਰਗਟ ਹੋਏਗਾ? ਉਹ ਕਹਿੰਦੇ ਜੇ ਤੁਹਾਡਾ ਮਨ ਸਾਫ਼ ਹੋ ਗਿਆ ਉਦੋਂ ਪ੍ਰਗਟ ਹੋ ਜਾਊਗਾ। ਹੁਣ ਜਿਨ੍ਹਾਂ ਸੰਤ ਮਹਾਤਮਾ ਬਣਨਾ, ਕਦੇ ਕਿਸੇ ਵੀ ਸੰਤ ਦਾ ਜੀਵਨ ਪੜ੍ਹ ਲਓ, ਉਹ ਇਸ ਲਈ ਛੋਟੀ ਉਮਰ 'ਚ ਲੱਗੇ ਹੁੰਦੇ ਨੇ। ਉਹਨਾਂ ਦੀ ਕਿਸਮਤ ਉਹਨਾਂ ਨੂੰ ਪ੍ਰੇਰਦੀ ਹੈ, ਉਹ ਛੋਟੀ ਉਮਰ 'ਤੇ ਲੱਗੇ ਹੁੰਦੇ ਨੇ।
ਛੋਟੀ ਉਮਰ ਦੇ ਵਿੱਚ ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਲੱਗੀ ਨਹੀਂ ਹੁੰਦੀ, ਇਸ ਜਿਹੜੀ ਪਹਿਲਾਂ ਲੱਗੀ ਹੋਈ ਹੈ ਉਹ ਛੇਤੀ ਹੀ ਲੈ ਜਾਂਦੀ ਹੈ, ਅਤੇ ਉਹ 20-25 ਸਾਲ ਦੀ ਉਮਰ ਤੱਕ ਜਾਂਦਿਆਂ ਨੂੰ ਉਹ ਸੰਤ ਬਣ ਜਾਂਦੇ। ਸੋ ਇਸ ਕਰਕੇ ਆਪਾਂ ਨੂੰ ਜਰਾ ਟਾਈਮ ਲੱਗ ਜਾਏਗਾ, ਕਿਉਂ ਅਸੀਂ ਉਹਦੇ 'ਚ ਕੂੜ ਕਬਾੜ ਜਾਂ ਕਾਫੀ ਇਕੱਠਾ ਕਰ ਲਿਆ, ਜਦੋਂ ਸਾਨੂੰ ਸੋਝੀ ਆਈ ਵੀ ਬਾਣੀ ਪੜ੍ਹਨੀ ਚਾਹੀਦੀ ਹੈ, ਨਾਮ ਜਪਣੀ ਚਾਹੀਦਾ, ਚਲੋ ਜਦੋਂ ਆ ਜਾਓ ਉਦੋਂ ਹੀ ਸਹੀ। ਕਬੀਰ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਘੜੀ ਹੁੰਦੀ 24.5 ਮਿੰਟ ਦੀ, ਕਹਿੰਦੇ ਏਕ ਘੜੀ 24.5 ਮਿੰਟ ਹੀ ਸੀ ਭਜਨ ਬੰਦਗੀ। ਕਹੇ ਇੰਨੀ ਨਹੀਂ, ਚਲੋ 12 ਮਿੰਟ ਹੀ ਸਹੀ, 19 ਨਹੀਂ, ਚਲ 6 ਮਿੰਟ ਹੀ ਸਹੀ, ਕੁਝ ਤੇ ਕਰੋ। ਕਹਿੰਦੇ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟ ਜੋ ਕੀਨੇ ਸੋ ਲਾਭ। ਭਗਤਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਕਿਤੇ ਲਾਭ ਹੀ ਲਾਭ ਹੈ। ਜਿੰਨਾ ਸਮਾਂ ਮਿਲੇ ਸਤਸੰਗ ਕਰੋ ਬਸ। ਕੀ ਪਤਾ ਜਦ 2 ਮਿੰਟ 'ਚ ਤੁਸੀਂ ਬੈਠੇ ਕੁੱਲ ਸਤਸੰਗ 'ਚ ਕੁੱਲ ਉਸ ਵੇਲੇ ਐਸੀ ਗੱਲ ਕਹਿਤੀ ਕਥਾ ਕਰਨ ਵਾਲੇ ਨੇ, ਸਿੱਧੇ ਤੁਹਾਡੇ ਮਨ 'ਤੇ ਅਸਰ ਹੋ ਗਿਆ ਅਤੇ ਤੁਸੀਂ ਬਦਲ ਗਏ, ਕੋਈ ਪਤਾ ਨਹੀਂ ਹੈ। 1 ਘੰਟਾ ਬੈਠਾ ਰਿਹਾ ਹੈ, 2-3 ਮਿੰਟ ਰਹਿੰਦੇ ਸਨ ਉਦੋਂ ਆਇਆ ਅਤੇ ਉਹਦੇ ਕੋਈ ਗੱਲ ਕਹੀ ਗਈ ਜਿਹੜੀ ਉਹਦੇ ਮਨ 'ਤੇ ਜਾ ਲੱਗੀ। ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ, ਵਾਹਿਆ ਮੈਨੇ ਚਲਾਇਆ, ਬਾਣ ਮੈਨੇ ਤੀਰ। ਕਹਿੰਦਾ ਗੁਰੂ ਸੂਰਮੇ ਨੇ ਜਦੋਂ ਤੀਰ ਚਲਾਇਆ ਨਾ ਬਾਣੀ ਨਾਮ ਦਾ, ਲਾਗਤ ਹੀ ਭੋਏ ਗਿਰ ਪਰਿਆ। ਕਹਿੰਦਾ ਜਦੋਂ ਮੈਨੂੰ ਵੱਜਿਆ ਨਾ ਧਰਤੀ 'ਤੇ ਡਿੱਗ ਪਿਆ ਮੈਂ, ਪਰਿਆ ਕਲੇਜੇ ਛੇਕ, ਹਾਂ ਦਿਲ 'ਚ ਮੋਰੀ ਹੋ ਗਈ, ਅਸਰ ਹੋ ਗਿਆ ਸਿੱਧਾ ਹੀ, ਬਸ ਬਦਲ ਗਿਆ, ਕਿਉਂਕਿ ਸਮਾਂ ਆ ਗਿਆ ਸੀ। ਬਸ ਇੱਕੋ ਹੀ ਗੱਲ ਕਹੀ ਗੁਰੂ ਨੇ ਅਤੇ ਬਦਲ ਗਿਆ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਗੁਣ ਅਮੋਲਕ ਪਾਏ ਨਾ ਜਾਹੀਂ। ਪਰਮਾਤਮਾ ਦੇ ਗੁਣ ਬੜੇ ਅਮੋਲਕ ਨੇ, ਅਮੋਲਕ ਜਿਹਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ, ਉਹਨਾਂ ਦਾ ਮੁੱਲ ਹੀ ਨਹੀਂ ਪੈ ਸਕਦਾ। ਮਨ ਨਿਰਮਲ ਸਾਚੈ ਸ਼ਬਦ ਸਮਾਹੀ। ਜਦੋਂ ਸ਼ਬਦ ਰਾਹੀਂ ਮਨ ਨਿਰਮਲ ਹੋ ਜਾਂਦਾ ਹੈ, ਫਿਰ ਉਹ ਨਿਰਮਲ ਮਨ ਦੇ ਵਿੱਚ ਜਾ ਕੇ ਇਹ ਜਿਹੜੇ ਗੁਣ ਨੇ ਇਹ ਸਮਾਉਂਦੇ ਨੇ। ਗੰਦੀ ਥਾਂ 'ਤੇ ਗੁਣ ਨਹੀਂ ਪੈਦਾ ਹੁੰਦੇ। ਪਹਿਲਾਂ ਸਾਨੂੰ ਮਨ ਸਾਫ਼ ਕਰਨਾ ਪਏਗਾ, ਫਿਰ ਗੁਣ ਅੰਦਰ ਪੈਦਾ ਹੋਣਗੇ। ਸੇ ਵਡਭਾਗੀ ਜਿਨ ਨਾਮ ਧਿਆਇਆ। ਸੇ ਬਹੁਵਚਨ ਹੁੰਦਾ, ਸੋ ਇੱਕ ਵਚਨ ਹੁੰਦਾ। ਸੇ ਵਡਭਾਗੀ ਉਹ ਵੱਡੇ ਭਾਗਾਂ ਵਾਲੇ ਹਨ ਜਿਨ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਜਪਿਆ, ਵੱਡੇ ਭਾਗਾਂ। ਸਦਾ ਗੁਣਦਾਤਾ ਮਨ ਵਸਾਇਆ। ਗੁਣਦਾਤਾ, ਗੁਣਾਂ ਦਾ ਦਾਤਾ ਪਰਮਾਤਮਾ, ਉਹ ਸਦਾ ਹੀ ਪਰਮਾਤਮਾ ਨੂੰ ਮਨ 'ਚ ਵਸਾ ਕੇ ਰੱਖਦੇ ਹਨ। ਜੋ ਗੁਣ ਸੰਗ੍ਰਹਿ ਤਿੰਨ ਬਲਿਹਾਰੈ ਜਾਉ। ਸੰਗ੍ਰਹਿ ਹੁੰਦਾ ਇਕੱਠਿਆਂ ਕਰਨਾ। ਜਿਹੜਾ ਗੁਣਾਂ ਨੂੰ ਇਕੱਠਿਆਂ ਕਰਦਾ ਹੈ, ਕਹਿੰਦੇ ਗੁਰੂਆਂ ਕਿ ਮੈਂ ਉਸ ਤੋਂ ਬਲਿਹਾਰ ਜਾਂਦਾ, ਮੈਂ ਉਸ ਤੋਂ ਸਦਕੇ ਜਾਂਦਾ ਕਿ ਭਾਈ ਹਾਂ ਤੂੰ ਗੁਣਵਾਨ ਹੈ, ਤੂੰ ਗੁਣ ਗ੍ਰਹਿਣ ਕੀਤੇ ਹੈ। ਗੁਣਾਂ ਵਾਲੇ ਦੀ ਕਦਰ ਹੁੰਦੀ, ਔਗਣੇ ਵਾਲੇ ਦੀ ਕੌਣ ਕਦਰ ਕਰਦਾ ਹੈ ਜੀ। ਗੁਣਵਾਨ ਨੇ ਸ਼ੁਭ ਕਰਮ ਕਰਨੇ ਹੁੰਦੇ ਨੇ, ਔਗਣੇ ਵਾਲੇ ਦੇ ਕੰਮ ਹੀ ਪੁੱਠੇ ਕਰਨੇ, ਉਹਦੀ ਕਦਰ ਕੌਣ ਕਰੇਗਾ। ਸੰਸਾਰ ਗੁਣਵਾਨਾਂ ਦੀ ਹੀ ਕਦਰ ਹੁੰਦੀ ਹੈ। ਜੋ ਗੁਣ ਸੰਗ੍ਰਹਿ ਤਿੰਨ ਬਲਿਹਾਰੈ ਜਾਉ। ਜਿਹੜੇ ਗੁਣਾਂ ਨੂੰ ਇਕੱਠਿਆਂ ਕਰਦੇ ਹਨ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਦਰ ਸਾਚੈ ਸਾਚੈ ਗੁਣ, ਸਾਚੇ ਗੁਣ ਗਾਉ। ਕਹਿੰਦਾ ਪਰਮਾਤਮਾ ਦੇ ਦਰ 'ਤੇ ਫਿਰ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ। ਆਪੇ ਦੇਵੈ ਸਹਿਜ ਸੁਭਾਏ, ਨਾਨਕ ਕੀਮਤ ਕਹਿਣ ਨਾ ਜਾਏ। ਇਹ ਨਾਮ ਦੀ ਦਾਤ ਪਰਮਾਤਮਾ ਆਪ ਹੀ ਸਹਿਜ ਸੁਭਾਅ ਫਿਰ ਦਿੰਦਾ ਹੈ। ਫਿਰ ਕਹਿੰਦੇ ਉਸ ਜਿਹੜੇ ਨਾਮ ਹੈ ਨਾ, ਨਾਨਕ ਕੀਮਤ ਕਹਿਣ ਨਾ ਜਾਏ, ਉਹਦੀ ਕੀਮਤ ਨਹੀਂ ਕਹੀ ਜਾ ਸਕਦੀ, ਕਿਉਂਕਿ ਨਾਮ ਮੁੱਲ ਨਹੀਂ ਖਰੀਦਿਆ ਜਾ ਸਕਦਾ। ਜੇ ਇਸ ਤਰ੍ਹਾਂ ਮੁੱਲ ਖਰੀਦਿਆ ਜਾਂਦਾ ਫਿਰ ਸਾਡੇ ਇਸ ਦਾ ਕੱਖ ਵੀ ਨਹੀਂ ਸੀ। ਅਡਾਨੀ ਅਬਾਨੀ ਨੇ ਸਾਰਾ ਖਰੀਦ ਲੈਣਾ ਸੀ। ਇਹ ਮੁੱਲ ਕੁਝ ਚੀਜ਼ਾਂ ਨੇ ਜਿਹੜੀਆਂ ਮੁੱਲ ਨਹੀਂ ਮਿਲਦੀਆਂ। ਜੇ ਕਿਤੇ ਰੱਬ ਮੁੱਲ ਮਿਲਦਾ ਹੁੰਦਾ ਨਾ, ਬੱਲੇ ਬੱਲੇ, ਸਾਡੇ ਤਾਂ ਕਦੇ ਵਾਰੀ ਨਹੀਂ ਸੀ ਆਉਣੀ।
ਵੀ ਜਾਓ ਜੀ, ਪਹਿਲਾਂ ਤੁਸੀਂ ਅਮੀਰ ਹੋਵੋ ਫਿਰ ਗੱਲ ਕਰਾਂਗੇ। ਇਹ ਤਾਂ ਉਹਦੀ ਮਰਜ਼ੀ ਹੈ ਬਸ। ਉਹ ਫਿਰ ਅਮੀਰੀ ਗਰੀਬੀ ਨਹੀਂ ਵੇਖਦਾ, ਉਹ ਮਨ ਦੀ ਸੁੱਚਤਾ ਭੋਲਾਪਨ ਵੇਖਦਾ। ਭੋਲੇ ਭਾਏ ਮਿਲੇ ਰਘੁਰਾਇਆ। ਆਸਾ ਮਹਿਲਾ ਤੀਜਾ। ਸਤਿਗੁਰ 'ਚ ਵੱਡੀ ਵਡਿਆਈ। ਗੁਰੂ ਦੀ ਕੀ ਵਡਿਆਈ ਹੈ? ਚਿਰੀ ਵਿਛੁੰਨੇ ਮੇਲ ਬੁਲਾਈ। ਸਿੱਖ ਜਿਹੜਾ ਹੈ ਤੇ ਪਰਮਾਤਮਾ ਆਪਸ 'ਚ ਬੜੀ ਦੇਰ ਤੋਂ ਵਿਛੜੇ ਹੋਏ ਨੇ। ਗੁਰੂ ਫਿਰ ਬਹੁਤ ਦੇਰ ਦੇ ਵਿਛੜਨ ਮਿਲਾਉਂਦਾ। ਗੁਰੂ ਵਿਚੋਲਾ, ਵਿਚੋਲਾ ਦੋਨਾਂ ਧਿਰਾਂ ਦਾ ਮੇਲ ਕਰਾਉਂਦਾ ਹੈ। ਇੱਕ ਪਾਸੇ ਧੇਤੇ ਨੇ, ਇੱਕ ਪਾਸੇ ਪਤੇਤੇ ਨੇ, ਮੇਲ ਕਰਾਉਂਦਾ। ਧੇਤੇ ਧੀ ਵਾਲੇ, ਪਤੇਤੇ ਪੁੱਤ ਵਾਲੇ। ਵਿਚੋਲੇ ਚਾਹੇ ਅਖਬਾਰ ਵਿਚੋਲਾ ਬਣੇ। ਹੁਣ ਮੈਂ ਜਦ ਵਿਆਹ ਕਰਿਆ ਅਖਬਾਰ ਵਿਚੋਲਾ ਬਣਾ ਸੀ, ਟ੍ਰਿਬਿਊਨ। ਮੈਂ ਟ੍ਰਿਬਿਊਨ 'ਚ ਕੱਢਤਾ, ਆਪਣੇ ਬਾਰੇ ਦੱਸਦਾ ਵੀ ਜਿਹਨੇ ਵਿਆਹ ਕਰਾਉਣਾ ਮੇਰੀ ਇੱਕੋ ਸ਼ਰਤ ਹੈ, ਕੋਈ ਸਰਕਾਰੀ ਨੌਕਰੀ ਵਾਲੀ ਬੀਬੀ ਚਾਹੀਦੀ। 57 ਨੇ ਮੈਨੂੰ ਚਿੱਠੀਆਂ ਪਾਤੀਆਂ ਹੈ, ਉਹ 'ਚ ਸਿਰਫ 7 ਹੀ ਸਨ ਸਰਕਾਰੀ ਨੌਕਰੀ ਵਾਲੇ, ਬਾਕੀ 52 ਸਨ। ਕੋਈ ਕਹਿੰਦੇ ਮੇਰਾ ਬਾਪ ਜੱਜ ਲੱਗਾ, ਕੋਈ ਕਹਿੰਦੇ ਮੇਰਾ ਬਾਪ SP ਲੱਗਾ। ਮੈਂ ਤੇਰੇ ਬਾਪ ਤੋਂ ਮੈਂ ਦਾਣੇ ਲੈਣੇ ਨੇ, ਮੈਨੂੰ ਤਾਂ ਨੌਕਰੀ ਵਾਲੀ ਚਾਹੀਦੀ ਹੈ। ਉਹ ਚਲੋ ਮੈਨੂੰ ਦਾਜ ਬਹੁਤ ਦੇ ਦੇਣਗੇ, 5-7 ਸਾਲ ਚੱਲੇਗਾ, ਉਹਨੇ ਕਿਹੜਾ ਸਾਰੀ ਉਮਰ ਚੱਲਣਾ ਹੈ। ਅਤੇ ਬੀਬੀ ਤਾਂ ਮਰ ਕੇ ਵੀ ਮੈਨੂੰ ਦੇ ਗਈ ਹੈ। ਮਰਨ ਤੋਂ ਬਾਅਦ ਇਹਦੀ ਪੈਨਸ਼ਨ ਮੈਨੂੰ ਲੱਗ ਗਈ। ਹੋਇਆ ਨਾ ਫਾਇਦਾ। ਅਗਲੇ ਮਰ ਕੇ ਮੈਂ ਵੀ ਕਿਹਾ ਕੋਈ ਗੱਲ ਨਹੀਂ ਬੀਬੀ, ਤੂੰ ਮੈਨੂੰ ਪੈਨਸ਼ਨ ਦੇ ਕੇ ਚੱਲੀ ਹੈ, ਮੈਂ ਵੀ 2 ਅਖੰਡ ਪਾਠ ਤੇਰੇ ਕਰਾਉਂਦੇ ਹੀ ਰਹਿਣਾ ਜਿੰਨਾ ਚਿਰ ਮੈਂ ਜਿਉਣਾ। ਤੈਨੂੰ ਉੱਪਰਲੇ ਮੰਜ਼ਲਾਂ 'ਤੇ ਭੇਜ ਭੋਜ ਦੇਣਾ। ਹੁਣ ਮਰਨ ਤੋਂ ਬਾਅਦ 120 ਅਖੰਡ ਪਾਠ ਹੋ ਗਏ ਨੇ। 63 ਉਹਨਾਂ ਦੇ ਜਿਉਂਦਿਆਂ ਕੀਤੇ ਸਨ। 120 ਆ ਜਿਹੜਾ ਹੈ ਆਵੇਗਾ ਜੂਨ, 21 ਜੂਨ ਨੂੰ ਬਰਸੀ ਉਹਨਾਂ ਦੀ, ਉਹਦੇ 'ਤੇ 120 ਅਖੰਡ ਪਾਠ ਹੋ ਜਾਣੇ ਮਰਨ ਤੋਂ ਬਾਅਦ ਵੀ। ਕਿਸੇ ਸੰਤ ਮਹਾਤਮਾ ਦੇ ਵੀ ਨਹੀਂ ਇੰਨੀ ਕੋਈ ਕਰਾ, ਸਾਲ ਬਾਅਦ ਇੱਕ ਅਖੰਡ ਪਾਠ ਕਰਦੇ ਚੇਲੇ ਬਲ ਬਰਸੀ ਬਰਨ ਦੇ ਬਸ। ਕਿਹੜੇ ਭਾਗ ਵਾਲੀ ਬੀਬੀ ਇਹਦੇ ਸੋ। ਔਰ ਮਹਾਂਪੁਰਖਾਂ ਮੈਨੂੰ ਕਿਹਾ, ਸੰਤ ਸੀਤਲ ਸਿੰਘ ਨੇ, ਕਹਿੰਦੇ ਪਿੰਡਰ ਸਾਹਿਬ ਬੰਦ ਨਹੀਂ ਕਰਨੇ ਅਖੰਡ ਪਾਠ। ਪਹਿਲਾਂ ਮੈਨੂੰ ਕਿਹਾ ਸੀ ਜਿੰਨਾ ਸਮਾਂ ਇਹ ਬੀਬੀ ਜਿਉਂਦੀ ਹੈ 4 ਅਖੰਡ ਪਾਠ ਹਰ ਮਹੀਨੇ ਕਰਨੇ ਨੇ ਇਹਨਾਂ ਲਈ। ਫਿਰ ਜਦੋਂ ਡੈਥ ਹੋ ਗਈ ਦੂਜੇ ਤੀਜੇ ਮੈਨੂੰ ਮਿਲ ਪਏ, ਕਹਿੰਦੇ ਅਖੰਡ ਪਾਠ ਬੰਦ ਨਹੀਂ ਕਰਨੇ, ਹੁਣ ਜਿੰਨਾ ਚਿਰ ਤੂੰ ਜਿਉਣਾ ਹੈ ਉਹਦੇ ਲਈ 2 ਅਖੰਡ ਪਾਠ ਕਰਦੇ ਹੀ ਰਹਿਣਾ ਹਰ ਮਹੀਨੇ ਚੱਲ ਰਹੇ। ਇਹ ਵੀ ਭਾਗ ਨੇ ਜੀ ਆਪਣੇ ਆਪਣੇ, ਵੀ ਜਿਉਂਦਿਆਂ ਵੀ ਹੋ ਗਏ ਨੇ ਅਤੇ ਮਰਨ ਤੋਂ ਬਾਅਦ ਹੀ ਲਗਾਤਾਰ ਹੋਈ ਜਿਹੜਾ। ਅਜੇ ਮੈਂ 4.25 ਸਾਲ ਹੋਰ ਜਿਉਣਾ, ਪਤਾ ਨਹੀਂ ਕਿੰਨੇ ਕੁ ਹੋਰ ਹੋਏ ਹੋਣਗੇ। ਸੋ ਇਹ ਆਪਣੀ ਆਪਣੀ ਕਿਸਮਤ ਹੁੰਦੀ ਹੈ। ਨਾ ਵੀ ਮੈਨੂੰ ਪੈਨਸ਼ਨ ਲੱਗਦੀ, ਮੈਨੂੰ ਤਾਂ ਮਹਾਂਪੁਰਖ ਦਾ ਹੁਕਮ ਹੋ ਗਿਆ ਸੀ, ਮੈਂ ਤਾਂ ਵੀ ਕਰਾਉਂਦੇ ਰਹਿਣਾ ਸੀ। ਉਹ ਤਾਂ ਹੁਕਮ ਹੈ ਬਈ, ਮਹਾਂਪੁਰਖ ਦਾ ਹੁਕਮ ਮੰਨਣਾ ਹੀ ਮੰਨਣਾ, ਕਰਾਉਣਾ ਹੀ ਕਰਾਉਣਾ। ਸੋ ਗੁਰੂ ਮਹਾਰਾਜ ਕਹਿੰਦੇ ਸਤਿਗੁਰ 'ਚ ਵੱਡੀ ਵਡਿਆਈ, ਗੁਰੂ ਦੀ ਵੱਡੀ ਵਡਿਆਈ ਇਹੀ ਹੈ ਕਿ ਚਿਰੀ ਵਿਛੁੰਨੇ ਮੇਲ ਬੁਲਾਏ। ਜਿਹੜੇ ਬਹੁਤ ਦੇਰ ਦੇ ਵਿਛੜੇ ਹੋਏ ਹਨ ਪਰਮਾਤਮਾ ਤੋਂ, ਉਹਨਾਂ ਦਾ ਪਰਮਾਤਮਾ ਨਾਲ ਮੇਲ ਕਰਾ ਦਿੰਦੇ। ਅਸੀਂ ਬਹੁਤ ਸਮੇਂ ਤੋਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਅਤੇ ਵਿਛੋੜੇ ਵਿੱਚ ਹਮੇਸ਼ਾ ਦੁੱਖ ਹੁੰਦਾ ਹੈ। ਸਾਡੀ ਜ਼ਿੰਦਗੀ ਦੁੱਖ ਹੀ ਇਸ ਲਈ ਕਿ ਅਸੀਂ ਵਿਛੜੇ ਹੋਏ ਹਾਂ। ਪੁੱਤਰ ਪਿਤਾ ਤੋਂ ਵਿਛੜ ਜਾਏ, ਪਿਤਾ ਪੁੱਤਰ ਤੋਂ ਕਿਸੇ ਘਰ ਵਿੱਚ ਦੁੱਖ ਹੁੰਦਾ ਹੈ ਕਿ ਵਿਛੋੜਾ ਪੈ ਗਿਆ। ਵਿਛੋੜੇ 'ਚ ਹਮੇਸ਼ਾ ਹੀ ਦੁੱਖ ਹੁੰਦਾ। ਇਸ ਬੰਦੇ ਨੂੰ ਸਮਝ ਨਹੀਂ ਆ ਰਿਹਾ ਕਿ ਤੂੰ ਦੁਖੀ ਕਿਉਂ ਹੈ। ਤੂੰ ਆਪਣੇ ਪੁੱਠੇ ਕੰਮਾਂ ਕਾਰਨ ਪਰਮਾਤਮਾ ਤੋਂ ਵਿਛੜ ਗਿਆ ਹੈ, ਇਸ ਕਰਕੇ ਵਿਛੋੜੇ ਕਾਰਨ ਤੂੰ ਦੁਖੀ ਹੈ। ਬਸ ਨਾਮ ਜਪ, ਤੂੰ ਉਹਦੇ ਵੱਲ ਨੂੰ ਜਾਈ ਜਾਏਗਾ, ਜਾਈ ਜਾਏਗਾ, ਜਾਈ ਜਾਏ, ਇੱਕ ਦਿਨ ਤੂੰ ਪਰਮਾਤਮਾ ਨੂੰ ਮਿਲ ਪਏਗਾ, ਤੇਰੇ ਦੁੱਖਾਂ ਕਲੇਸ਼ਾਂ ਦਾ ਹਮੇਸ਼ਾ ਹਮੇਸ਼ਾ ਲਈ ਖਾਤਮਾ ਹੋ ਜਾਏਗਾ। ਬਸ ਜਿਵੇਂ ਪਹਾੜਾਂ ਤੋਂ ਦੂਰ ਜਾਈਏ ਤਾਂ ਗਰਮੀ ਵੱਧਦੀ ਜਾਂਦੀ ਹੈ, ਜਿਉਂ-ਜਿਉਂ ਪਹਾੜਾਂ ਦੇ ਨੇੜੇ ਆਈਏ ਠੰਡ ਵੱਧਦੀ ਜਾਂਦੀ।
ਜਿਉਂ-ਜਿਉਂ ਨਾਮ ਜਪੀ ਜਾਵਾਂਗੇ ਪਰਮਾਤਮਾ ਦੇ ਨੇੜੇ ਜਾਵਾਂਗੇ ਤੇ ਪਰਮਾਤਮਾ ਕੋਲ ਤੇ ਸੁੱਖ ਹੀ ਸੁੱਖ ਨੇ, ਉਹਦੇ ਕੋਲ ਦੁੱਖ ਹੈ ਹੀ ਨਹੀਂ। ਕਿਸੇ ਤੋਂ ਸਾਨੂੰ ਉਹੀ ਚੀਜ਼ ਮਿਲ ਸਕਦੀ ਜੋ ਉਹਦੇ ਕੋਲ ਹੈ, ਤੇ ਪਰਮਾਤਮਾ ਕੋਲ ਤੇ ਸੁੱਖ ਹੀ ਸੁੱਖ ਨੇ, ਅਮੀਰੀ ਹੀ ਅਮੀਰੀ ਹੈ। ਇਸ ਲਈ ਜਿਉਂ-ਜਿਉਂ ਅਸੀਂ ਪਰਮਾਤਮਾ ਵੱਲ ਨੂੰ ਜਾਂਦੇ ਹਾਂ ਸੁਖੀ ਹੋਈ ਜਾਂਦੇ, ਅਮੀਰ ਹੋਈ ਜਾਂਦੇ ਹਾਂ। ਤਾਂ ਮੈਂ ਕਹਿੰਦਾ ਨਾਮ ਜਪਿਆ ਕਰੋ, ਗਰੀਬੀ ਦੂਰ ਹੋ ਜਾਏਗੀ। ਸਾਧਨ ਪਰਮਾਤਮਾ ਕੋਈ ਵਰਤੇ, ਉਹਦੀ ਮਰਜ਼ੀ ਹੈ, ਇਹ ਉਹਦੀ ਮਰਜ਼ੀ ਹੈ। ਸਾਧਨ ਕੋਈ ਵੀ ਵਰਤ ਸਕਦਾ। ਕੋਈ ਤੁਹਾਡੀ ਲਾਟਰੀ ਵੀ ਕੱਢ ਸਕਦਾ ਹੈ, ਰਾਤੇ ਰਾਤ ਕਰੋੜਾਪਤੀ ਬਣਾ ਸਕਦਾ ਤੁਹਾਨੂੰ, ਮਰਜ਼ੀ ਉਹਦੀ। ਤੁਹਾਨੂੰ ਅਮੀਰ ਕਰਨਾ ਉਸਨੇ ਕਿਸੇ ਤਰੀਕੇ ਨਾਲ ਵੀ ਕਰ ਸਕਦਾ। ਬਸ ਬਾਣੀ ਪੜ੍ਹੀ ਜਿਹਦੇ ਨਾਮ ਜਪੀ ਜਦੋਂ ਕਿ ਜਿਹੜਾ ਪਰਮਾਤਮਾ ਦਾ ਨਾਮ ਜਪਦਾ, ਪਰਮਾਤਮਾ ਉਹਨੂੰ ਗਰੀਬ ਨਹੀਂ ਵੇਖ ਸਕਦਾ। ਉਹ ਪਰਮਾਤਮਾ ਦਾ ਪਿਆਰਾ ਹੁੰਦਾ। ਪਰਮਾਤਮਾ ਨੂੰ ਭਗਤ ਵੱਛਲ ਕਿਹਾ ਹੈ, ਵੱਛਲ ਦਾ ਪਿਆਰ ਕਰਨ ਵਾਲਾ। ਪਰਮਾਤਮਾ ਭਗਤੀ ਨੂੰ ਪਿਆਰ ਕਰਦਾ ਹੈ। ਇਸੇ ਜਿਹੜਾ ਭਗਤੀ ਕਰਦਾ ਪਰਮਾਤਮਾ ਉਹਨੂੰ ਪਿਆਰ ਕਰਦਾ ਹੈ। ਹੁਣ ਪਰਮਾਤਮਾ ਕੀ ਚਾਹੇਗਾ ਕਿ ਮੇਰਾ ਪਿਆਰਾ ਗਰੀਬ ਹੋਵੇ? ਉਹ ਨਹੀਂ ਚਾਹੁੰਦਾ ਵੀ ਮੇਰਾ ਪਿਆਰਾ ਗਰੀਬ ਹੋਵੇ। ਭਗਤ ਰਵਿਦਾਸ ਨੂੰ ਅਮੀਰ ਬਣਾਉਣਾ ਚਾਹੁੰਦਾ ਸੀ। ਚਲੋ ਪਹਿਲਾਂ ਨਹੀਂ ਮੰਨੇ, ਉਹਨਾਂ ਨੇ ਬੋਰੀ ਹੇਠਾਂ 5-5 ਸੋਨੇ ਦੇ ਮੋਹਰਾਂ ਰੱਖਣੀਆਂ ਸ਼ੁਰੂ ਕਰਤੀਆਂ ਪਰਮਾਤਮਾ ਨੂੰ। ਉਹ ਫਿਰ ਵੀ ਨਹੀਂ ਪਰਵਾਹ ਕੀਤੀ। ਫਿਰ ਆਕਾਸ਼ਬਾਣੀ ਹੋਈ ਕਿ ਭਾਈ ਇਹਨਾਂ ਨੂੰ ਵਰਤ, ਧਰਮਸ਼ਾਲਾ ਬਣਾਓ, ਸਵੇਰੇ ਸ਼ਾਮ ਜਿਹੜਾ ਹੈ ਸਤਸੰਗ ਕਰਿਆ ਕਰ, ਲੰਗਰ ਲਾ, ਅਤੇ ਬਸ ਹੌਲੀ ਹੌਲੀ ਕਿਤੇ ਦਾ ਕਿਤੇ ਪਹੁੰਚ ਗਿਆ। ਬਿਧ ਪਰਮਾਤਮਾ ਨੇ ਬਣਾਉਣੀ ਹੁੰਦੀ ਹੈ। ਸੋ ਪਰਮਾਤਮਾ ਨਹੀਂ ਚਾਹੁੰਦਾ ਕਿ ਉਹਦੇ ਭਗਤ ਦੀ ਕੋਈ ਜਿਹੜਾ ਹੈ ਆਦਰ ਮਾਣ ਨਾ ਹੋਵੇ। ਆਪਣੇ ਭਗਤ ਦਾ ਆਦਰ ਮਾਣ ਕਰਾਉਂਦਾ ਹੈ। ਉਹ ਆਪਣੇ ਭਗਤ ਨੂੰ ਅਮੀਰ ਕਰਦਾ ਹੈ, ਉਹਦੇ ਕਾਰਜ ਸਵਾਰਦਾ ਹੈ। ਫਿਰ ਇੰਨੀ ਸ਼ਕਤੀ ਉਹਨੂੰ ਦਿੰਦੇ ਕਿ ਦੂਜਿਆਂ ਦੇ ਕਾਰਜ ਸਵਾਰਨ ਲੱਗ ਜਾਂਦਾ ਹੈ। ਪਰਮਾਤਮਾ ਕੰਜੂਸ ਨਹੀਂ, ਆਪਣੇ ਭਗਤ ਨੂੰ ਸ਼ਕਤੀ ਦਿੰਦਾ, ਜਾ ਹੁਣ ਤੂੰ ਲੋਕਾਂ ਦੇ ਕਾਰਜ ਸਵਾਰੇਗਾ। ਉਹ ਇਸ ਲਈ ਨਾਮ ਜਪਦੇ ਰਿਹਾ ਕਰੋ ਜਿੰਨਾ ਵੀ ਸਮਾਂ ਮਿਲੇ। ਹਰ ਬੰਦੇ ਕੋਲ ਅੱਡ ਸਮਾਂ ਹੁੰਦਾ। ਕਿਸੇ ਕੋਲ ਘੰਟਾ ਹੈ, ਕਿਸੇ ਕੋਲ 2 ਘੰਟੇ, ਕਿਸੇ ਕੋਲ 10 ਘੰਟੇ, ਕਿਸੇ ਕੋਲ 15 ਘੰਟੇ। ਕੋਈ ਮੇਰੇ ਵਰਗਾ ਬਿਲਕੁਲ ਹੀ ਫਰੀ ਹੈ। ਮੈਂ ਤਾਂ ਬਿਲਕੁਲ ਹੀ ਫਰੀ ਹਾਂ। ਚਾਹ ਵੀ ਕੋਈ ਬਣਾਉਂਦਾ ਅਤੇ ਰੋਟੀ ਵੀ ਕੋਈ ਪਕਾਉਂਦਾ, ਕੱਪੜੇ ਵੀ ਕੋਈ ਧੋਂਦਾ। ਮੈਂ ਤਾਂ ਬਸ ਮੈਂ ਕੰਮ ਤਾਂ ਕੋਈ ਕਰਦਾ ਨਹੀਂ, ਮੈਂ ਤਾਂ ਨਹੀਂ ਕਰਦਾ। ਵਿਹਲੜਾ ਮੈਂ ਤਾਂ ਨਾਮ ਜਪਣਾ ਅਤੇ ਜਪਾਉਣਾ, ਹੋਰ ਕੀ ਜਾਂ ਸੌਣਾ ਬਸ। ਮੇਰੇ ਕੋਲ ਤਾਂ ਬਹਾਨੇ ਕੋਈ ਨਹੀਂ ਵੀ ਤੇਰੇ ਨੈਣ ਪ੍ਰਾਣ ਹਿਲਦੇ ਨੇ। ਕਰ ਭਜਨ ਬੰਦਗੀ, ਕਰਾ ਭਜਨ ਬੰਦਗੀ। ਇਸ ਲਈ ਮੈਨੂੰ ਤਾਂ ਫਿਰ ਇਹੀ ਡਰ ਲੱਗਦਾ ਵੀ ਤੇਰੇ ਕੋਲ ਤਾਂ ਬਹਾਨਾ ਹੀ ਕੋਈ ਨਹੀਂ। ਉਹ ਕਹੇਗਾ ਖਾਣ ਪੀਣ ਦੀ ਤੈਨੂੰ ਕੋਈ ਕਮੀ ਨਹੀਂ ਮੈਂ ਰੱਖੇ, ਨਾ ਪਹਿਨਣ ਦੀ ਨਾ ਰਹਿਣ ਦੀ। ਵਿਹਲਾ ਤੈਨੂੰ ਟੋਟਲ ਕਰ ਦਿੱਤਾ ਹੈਗਾ। ਤੂੰ ਕੰਮ ਨਹੀਂ, ਧੰਦਾ ਨਹੀਂ ਕਰਨਾ। ਹੁਣ ਜੇ ਹੁਣ ਵੀ ਮੈਂ ਭਜਨਬੰਦੀ ਨਾ ਕਰ, ਫਿਰ ਛਿੱਤਰ ਖਾਣਾ ਹੀ ਖਾਣੇ ਨੂੰ ਉੱਥੇ ਜਾ ਕੇ। ਕੀ ਬਹਾਨਾ ਬਣਾਵਾਂਗਾ ਉੱਥੇ? ਤੁਹਾਡੇ 'ਤੇ ਚੱਲ ਜਾਣਗੇ ਬਹਾਨੇ। ਸੀ ਜੀ ਬਾਲ ਬੱਚਿਆਂ ਦੇ ਸੀ, ਉਹਨਾਂ ਨੂੰ ਸਾਂਭਣਾ ਸੀ, ਸਾਨੂੰ ਫਿਕਰ ਸੀ ਕਿਸੇ ਨੂੰ ਪੜ੍ਹਾਉਣ ਦਾ, ਕਿਸੇ ਨੂੰ ਪੜ੍ਹਾ ਕਰਨ ਦਾ, ਕਿਸੇ ਨੂੰ ਆਹ ਕਰਨ ਦਾ। ਤੁਹਾਡਾ ਬਹਾਨਾ ਚੱਲ ਵੀ ਜਾਵੇਗਾ, ਤੁਹਾਡਾ ਬਹਾਨਾ ਜਾਇਜ਼ ਵੀ ਹੈ। ਮੇਰਾ ਤਾਂ ਕੋਈ ਚੱਲਣਾ ਨਹੀਂ ਹੈਗਾ। ਸੋ ਗੁਰੂ ਮਹਾਰਾਜ ਕਹਿੰਦੇ, ਤਾਂ ਮੈਂ ਆਪਣੇ ਸਾਥੀਆਂ ਨੂੰ ਵੀ ਇਸ ਤਰ੍ਹਾਂ ਕਹਿ ਕੇ ਸਮਝਾਉਂਦਾ ਰਹਿੰਦਾ, ਸਾਡੇ ਬਹਾਨੇ ਬੂਨੇ ਨਹੀਂ ਚੱਲਣਗੇ। ਸਾਵਧਾਨ ਹੋ ਜਾਓ ਵੇਲੇ ਸੇਰੀ। ਆਪੇ ਮੇਲੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ। ਜਿਹੜੇ ਗੁਰੂ ਮਹਾਰਾਜ ਨੇ, ਪਰਮਾਤਮਾ ਕੀ ਕਰਦਾ? ਪਹਿਲਾਂ ਸਿੱਖ ਨੂੰ ਗੁਰੂ ਨਾਲ ਮਿਲਾਉਂਦਾ, ਫਿਰ ਗੁਰੂ ਨਾਲ ਮੇਲ ਕੇ ਮਿਲਾਏ, ਫਿਰ ਆਪਣੇ ਨਾਲ ਮਿਲਾਉਂਦਾ। ਸਿੱਧਾ ਨਹੀਂ ਮਿਲਾਉਂਦਾ। ਪਰਮਾਤਮਾ ਪਹਿਲਾਂ ਸਿੱਖ ਨੂੰ ਗੁਰੂ ਨਾਲ ਮਿਲਾਉਂਦਾ ਹੈ, ਫਿਰ ਗੁਰੂ ਸਿੱਖ ਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ। ਆਪੇ ਮੇਲੇ ਮੇਲ ਮਿਲਾਏ, ਮੇਲ ਮਿਲਾਏ, ਗੁਰੂ ਨਾਲ ਮਿਲਾ ਕੇ ਫਿਰ ਜੀਵ ਨੂੰ ਆਪਣੇ ਨਾਲ ਮਿਲਾਉਂਦਾ ਹੈ। ਆਪਣੀ ਕੀਮਤ ਆਪੇ ਪਾਏ। ਉਹ ਆਪਣੀ ਕੀਮਤ ਆਪ ਹੀ ਪਾ ਸਕਦਾ, ਕਿਉਂਕਿ ਅਸੀਂ ਤਾਂ ਉਹਦੀ ਕੀਮਤ ਹੀ ਨਹੀਂ ਪਾ ਸਕਦੇ। ਹਰ ਕੀ ਕੀਮਤ ਕਿਨ ਬਿਦ ਹੋਏ, ਹਰ ਅਪਰੰਪਰ ਅਗੰਮ ਅਗੋਚਰ, ਗੁਰ ਕੈ ਸ਼ਬਦ ਮਿਲੈ ਜਨਕ ਪਾਏ।
ਹਰ ਕੀ ਕੀਮਤ ਕਿਨ ਬਿਦ ਹੋ। ਕਿਸ ਤਰੀਕੇ ਨਾਲ ਪਰਮਾਤਮਾ ਦੀ ਕਦਰ ਹੋ ਸਕਦੀ ਹੈ? ਕੀਮਤ ਤਾਂ ਭਾਵੇਂ ਉਹਦੀ ਕਦਰ, ਕਿ ਬਹੁਤੇ ਨੂੰ ਤਾਂ ਕਦਰ ਹੀ ਨਹੀਂ ਪਤਾ ਪਰਮਾਤਮਾ ਦੀ। ਕਿਸੇ ਕਈ ਵਾਰੀ ਆਪਾਂ ਨੂੰ ਕਈਆਂ ਦੀ ਕਦਰ ਦਾ ਹੀ ਨਹੀਂ ਪਤਾ ਹੁੰਦਾ ਵੀ ਇਹ ਕੀ ਕੁਛ ਕਰ ਸਕਦਾ ਹੈ। ਪਰਮਾਤਮਾ ਕੀ ਕੁਛ ਕਰ ਸਕਦੇ ਤੇ ਲੋਕਾਂ ਨੂੰ ਗਿਆਨ ਹੀ ਨਹੀਂ ਹੈਗਾ। ਜਦੋਂ ਗਿਆਨ ਹੋ ਗਿਆ ਫਿਰ ਭਜਨ ਬੰਦਗੀ ਹੀ ਕਰਨਗੇ, ਫਿਰ ਹੋਰ ਉਹਨਾਂ ਕਰਕੇ ਕੀ ਕਰਨਾ। ਹਰ ਕੀ ਕੀਮਤ ਕਿਨ ਬਿਦ, ਕਿਸ ਤਰੀ ਬਿਦ ਦਾ ਤਰੀਕਾ ਵਿਧੀ, ਹਰੀ ਦੀ ਕਦਰ ਕਿਸ ਤਰੀਕੇ ਨਾਲ ਹੋ ਸਕਦੀ ਹੈ? ਹਰ ਪਰੰਪਰ ਪਰਮਾਤਮਾ ਦੇ ਪਰੇ ਤੋਂ ਪਰੇ ਹੈ, ਅਗੰਮ ਜਿਸ ਤੱਕ ਪਹੁੰਚੇ ਨਹੀਂ ਜਾ ਸਕਦਾ, ਅਗੋਚਰ ਜਿਸ ਨੂੰ ਪਕੜਿਆ ਹੀ ਨਹੀਂ ਜਾ ਸਕਦਾ। ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਰਾਹੀਂ ਮਿਲਿਆ ਜਨ ਕੋਇ, ਗੁਰੂ ਦੇ ਸ਼ਬਦ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ। ਅਤੇ ਗੁਰੂ ਦਾ ਸ਼ਬਦ ਹੈ ਬਾਣੀ ਅਤੇ ਗੁਰਮੰਤਰ। ਸ਼ਬਦ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਨਾਮ ਹੁੰਦਾ ਗੁਰਮੰਤਰ, ਇੱਕ ਬਾਣੀ ਹੁੰਦੀ। ਬਾਣੀ ਰਾਹੀਂ, ਨਾਮ ਰਾਹੀਂ ਅਸੀਂ ਪਰਮਾਤਮਾ ਨੂੰ ਮਿਲ ਸਕਦੇ। ਕਈਆਂ ਨੂੰ ਮਹਾਂਪੁਰਖ ਸ਼ਬਦ ਹੀ ਦੇ ਦਿੰਦੇ, ਬਸ ਇਹ ਸ਼ਬਦ ਦਾ ਜਾਪ ਕਰਦੇ ਰਹੇ ਤੇ ਪ੍ਰਾਪਤੀ ਹੋ ਜਾਏਗੀ। ਹੁਣ ਸਿਰ ਉਹਨੂੰ ਵਾਹਿਗੁਰੂ ਕਹਿੰਦੇ ਨਹੀਂ ਕਰਨ ਨੂੰ, ਉਹਨੂੰ ਸ਼ਬਦ ਦਿੰਦੇ ਗੁਰਬਾਣੀ ਦੇ ਵਿੱਚੋਂ, ਲੈ ਵੀ ਇਹਦਾ ਜਾਪ ਕਰੀ ਚੱਲੋ। ਕਿਉਂਕਿ ਕਿਸੇ ਵੀ ਇੱਕ ਜਾਂ ਦੋ ਲਾਈਨ ਦਾ ਵਾਰੀ ਵਾਰੀ ਸਾਲਾਂ ਬੱਧੀ ਜਾਪ ਕਰਨਾ, ਜੋ ਉਸ ਲਾਈਨਾਂ ਵਿੱਚ ਚੀਜ਼ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਉਹ ਪ੍ਰਾਪਤੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਬਸ ਇਸ ਲਾਈਨ ਨੂੰ ਰਿਪੀਟ ਕਰਦੇ ਰਹੋ ਸਾਲਾਂ ਬੱਧੀ, ਤੁਹਾਨੂੰ ਧਨ ਦੌਲਤ ਪ੍ਰਾਪਤ ਹੋ ਜਾਏਗੀ। ਕਿਉਂਕਿ ਉਸ ਲਾਈਨ 'ਚ ਜੋ ਲਿਖਿਆ ਉਹੀ ਚੀਜ਼ ਤੁਹਾਨੂੰ ਪ੍ਰਾਪਤ ਹੋ ਜਾਏਗੀ, ਉਹੀ ਚੀਜ਼ ਪ੍ਰਾਪਤ ਹੋ ਜਾਏਗੀ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਇਹ ਲਾਈਨ ਕਹੀ ਤੁਹਾਨੂੰ ਰੱਬੀ ਗਿਆਨ ਪ੍ਰਾਪਤ ਹੋ ਜਾਏਗਾ, ਰੱਬੀ ਮਤ ਅੰਦਰ ਪੈਦਾ ਹੋ ਜਾਏਗਾ। ਇਸ ਲਈ ਬਾਣੀ ਵੀ ਸਾਨੂੰ ਪਰਮਾਤਮਾ ਤੱਕ ਪਹੁੰਚਾ ਸਕਦੀ ਹੈ। ਗੁਰਮੁਖ ਕੀਮਤ ਜਾਣੇ ਕੋਈ, ਪਰਮਾਤਮਾ ਦੀ ਕੀਮਤ ਕੋਈ ਗੁਰਮੁਖ ਹੀ ਜਾਣਦਾ। ਗੁਰਮੁਖ ਹੁੰਦਾ ਜਿਹੜਾ ਗੁਰੂ ਦੇ ਆਖੇ ਲੱਗਣ ਵਾਲਾ ਸਿੱਖ ਹੈ, ਉਹਨੂੰ ਗੁਰਮੁਖ ਕਹਿੰਦੇ ਨੇ। ਗੁਰਮੁਖ ਦੀ ਪਹਿਲੀ ਸਟੇਜ ਹੁੰਦਾ ਗੁਰੂ ਵਾਲੇ ਹੋਣਾ, ਦੂਜੀ ਸਟੇਜ ਹੁੰਦਾ ਹੈ ਗੁਰੂ ਦੇ ਆਖੇ ਲੱਗਣਾ। ਜਿਵੇਂ ਬਾਣੀ ਕਹਿੰਦੀ ਹੈ, ਜਦੋਂ ਤੱਕ ਗੁਰੂ ਮਹਾਰਾਜ ਸਰੀਰ 'ਚ ਸਨ ਉਦੋਂ ਜਿਵੇਂ ਗੁਰੂ ਮਹਾਰਾਜ ਕਹਿੰਦੇ ਨੇ ਸਿੱਖ ਉਵੇਂ ਕਰਦੇ ਸਨ। ਜਿਹੜਾ ਸਿੱਖ ਉਵੇਂ ਕਰਦਾ ਸੀ ਉਹ ਗੁਰਮੁਖ ਹੋ ਜਾਂਦਾ ਸੀ, ਜਿਹੜਾ ਆਪਣੀ ਮਨਮਰਜ਼ੀ ਕਰਦਾ ਸੀ ਉਹ ਮਨਮੁਖ ਰਹਿ ਜਾਂਦਾ ਸੀ। ਹੁਣ ਕਿਉਂਕਿ ਗੁਰੂ ਸਾਡੀ ਬਾਣੀ ਹੈ, ਹੁਣ ਜਿਵੇਂ ਬਾਣੀ ਕਹਿੰਦੀ ਹੈ ਉਵੇਂ ਅਸੀਂ ਕਰਨਾ ਹੈ, ਫਿਰ ਅਸੀਂ ਗੁਰਮੁਖ ਹੋ ਜਾਵਾਂਗੇ। ਅਜੇ ਤਾਂ ਅਸੀਂ ਕੁਝ ਹਿੱਸਾ ਮਨਮੁਖ ਹੈ, ਕੁਝ ਹਿੱਸਾ ਗੁਰਮੁਖ ਹੈ। ਨਾ ਅਸੀਂ ਹੁਣ ਪੂਰੇ ਮਨਮੁਖ ਰਹੇ ਹਾਂ, ਨਾ ਅਜੇ ਪੂਰੇ ਗੁਰਮੁਖ ਬਣੇ ਹਾਂ। ਗੁਰਮੁਖ ਵਾਲੇ ਪਾਸੇ ਨੂੰ ਅਸੀਂ ਵੱਧ ਰਹੇ ਹਾਂ, ਪਰ ਅਜੇ ਅਸੀਂ ਮੰਜ਼ਿਲ 'ਤੇ ਨਹੀਂ ਪਹੁੰਚੇ। ਹਾਂ, ਮਨਮੁਖ ਦਾ ਬਹੁਤ ਹਿੱਸਾ ਅਸੀਂ ਛੱਡ ਦਿੱਤਾ ਹੈ, ਕਿਉਂਕਿ ਇਸ ਪਾਸੇ ਨੂੰ ਲੱਗੇ ਹੋਏ ਹਾਂ। ਵਿਰਲੇ ਕਰਮ ਪ੍ਰਾਪਤ ਹੋਏ, ਵਿਰਲਿਆਂ ਟਾਵਿਆਂ ਨੂੰ ਪਰਮਾਤਮਾ ਦੀ ਬਖਸ਼ਿਸ਼ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਪਰਮਾਤਮਾ ਦੀ ਪ੍ਰਾਪਤੀ ਉਹਨੂੰ ਹੁੰਦੀ ਜਿਹਦੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ, ਕਰਮ ਬਖਸ਼ਿਸ਼ ਨੂੰ। ਕਰਮ ਖੰਡ ਜਿਹੜਾ ਬਖਸ਼ਿਸ਼ ਦਾ ਖੰਡ, ਉਹ ਤੋਂ ਪਹਿਲਾਂ ਸ਼ਰਮ ਖੰਡ ਹੈ, ਅਸੀਂ ਮਿਹਨਤ ਕਰਦੇ ਹਾਂ। ਉਹ ਤੋਂ ਪਹਿਲਾਂ ਗਿਆਨ ਖੰਡ ਹੈ, ਉਸ ਤੋਂ ਪਹਿਲਾਂ ਧਰਮ ਖੰਡ ਹੈ। ਆਪਾਂ ਇਸ ਵੇਲੇ ਧਰਮ ਖੰਡ 'ਚ ਬੈਠੇ ਹਾਂ। ਧਰਮ ਖੰਡ ਦੇ ਵਿੱਚ ਫਿਰ ਗਿਆਨ ਹੁੰਦਾ ਹੈ ਵੀ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਗਿਆਨ ਹੁੰਦਾ ਹੈ। ਫਿਰ ਬੰਦਾ ਜਿਹੜਾ ਗਿਆਨ ਖੰਡ ਤੋਂ ਅੱਗੇ ਫਿਰ ਸ਼ਰਮ ਖੰਡ ਜਾਂਦਾ ਹੈ। ਫਿਰ ਜੋ ਉਹਨੂੰ ਗਿਆਨ ਉਹਦੇ 'ਤੇ ਮਿਹਨਤ ਕਰਦਾ ਹੋ। ਮੰਨ ਲਓ ਗਿਆਨ ਹੋ ਗਿਆ ਕਿ ਪਰਮਾਤਮਾ ਨਾਮ ਜਪ ਕੇ ਮਿਲਦਾ ਹੈ, ਗਿਆਨ ਹੋ ਗਿਆ, ਬਸ ਫਿਰ ਨਾਮ ਜਪੀ ਜਾਣਾ ਸਾਲਾਂ ਬੱਧੀ ਜਪੀ ਜਾਣਾ ਹੈ। ਇਹ ਸ਼ਰਮ ਖੰਡ। ਫਿਰ ਪਰਮਾਤਮਾ ਦੀ ਹੋ ਜਾਏਗੀ ਬਖਸ਼ਿਸ਼, ਫਿਰ ਅਸੀਂ ਕਰਮ ਖੰਡ 'ਚ ਪਹੁੰਚ ਜਾਵਾਂਗੇ। ਕਰਮ ਖੰਡ 'ਚ ਫਿਰ ਨਾਮ ਜਪਦੇ ਰਹੇ, ਇੱਕ ਦਿਨ ਪਰਮਾਤਮਾ ਦੀ ਨਜ਼ਰ ਹੋ ਜਾਣੀ ਹੈ। ਜਦੋਂ ਪਰਮਾਤਮਾ ਦੀ ਨਜ਼ਰ ਕਿਰਪਾ ਦ੍ਰਿਸ਼ਟੀ ਹੋ ਗਈ, ਅਸੀਂ ਸੱਚਖੰਡ 'ਚ ਪਹੁੰਚ ਜਾਣਾ ਹੈ। ਬਸ ਆਰੰਭ ਸਤ ਸੰਗਤ ਧਰਮ ਖੰਡ ਤੋਂ ਸ਼ੁਰੂ ਹੋਣਾ ਹੈ।
ਸੋ ਇਸ ਲਈ ਧਰਮ ਖੰਡ ਗਿਆਨ ਦਿੰਦਾ ਹੈ ਮਨੁੱਖ ਨੂੰ। ਹਰ ਖੰਡ ਦੇ ਵਿੱਚ ਦੂਜਾ ਖੰਡ ਰਲਿਆ ਹੁੰਦਾ ਹੈ। ਗਿਆਨ ਖੰਡ ਬਿਲਕੁਲ ਅਲੱਗ ਨਹੀਂ ਹੈ। ਧਰਮ ਖੰਡ ਦੇ ਵਿੱਚ ਰਹਿੰਦਿਆਂ ਹੀ ਗਿਆਨ ਹੁੰਦਾ ਹੈ, ਅਤੇ ਗਿਆਨ ਹੁੰਦਿਆਂ ਹੀ ਬੰਦਾ ਸ਼ਰਮ ਕਰਦਾ, ਅਤੇ ਸ਼ਰਮ ਕਰਦਿਆਂ ਕਰਦੇ ਕਰਮ ਹੁੰਦਾ, ਅਤੇ ਕਰਮ ਤੋਂ ਫਿਰ ਅੱਗੇ ਜਾ ਕੇ ਹੈ ਨਜ਼ਰ ਹੁੰਦੀ ਹੈ। ਉੱਚੀ ਬਾਣੀ ਉੱਚਾ ਹੋਏ, ਜੇ ਤਾਂ ਹੁੰਦਾ ਉੱਚੀ, ਫਿਰ ਹੁਣ ਅਸੀਂ ਪੰਜਾਬੀ ਇਹ ਵੁਡਨ ਦਲੈਂਕੜ ਹੈ, ਅਤੇ ਹਿੰਦੀ 'ਚ ਉੱਚੀ ਨਹੀਂ ਹੁੰਦਾ, ਹਿੰਦੀ 'ਚ ਉੱਚੀ ਹੁੰਦਾ, ਉੱਚਾ ਹੁੰਦਾ, ਉੱਚਾ, ਉੱਚੀ, ਉੱਚੇ। ਅਸੀਂ ਕਈ ਵਾਰੀ ਪਾਠ ਕਰਦੇ ਵਿਚਾਰ ਨਹੀਂ ਕਰਦੇ ਕਿ ਜਿਹੜਾ ਸ਼ਬਦ ਹੈ ਇਹ ਹਿੰਦੀ ਦਾ, ਪੰਜਾਬੀ ਦਾ, ਸੰਸਕ੍ਰਿਤ ਦਾ, ਫਾਰਸੀ ਦਾ, ਕਦਾ ਹੈ। ਜੋ ਗਿਆਨ ਹੋ ਜਾਏਗਾ ਫਿਰ ਉਚਾਰਨ ਵੀ ਉਹਦੇ ਅਨੁਸਾਰ ਆਪੇ ਹੀ ਹੋ ਜਾਏਗਾ। ਨਹੀਂ ਤਾਂ ਪਾਠ ਵਾਲਾ ਸਿੱਖ ਲੈ ਉੱਚੀ, ਅਤੇ ਅੱਗੇ ਕਹੇਗਾ ਉੱਚੀ। ਸਿੱਖਣ ਵਾਲੇ ਦਾ ਤਾਂ ਕੋਈ ਕਸੂਰ ਨਹੀਂ, ਜਿਵੇਂ ਉਹਨੂੰ ਸਿਖਾਤਾ ਉਹਨੇ ਉਸ ਤਰ੍ਹਾਂ ਬੋਲੀ ਜਾਣਾ। ਉੱਚੀ ਬਾਣੀ ਉੱਚਾ ਹੋਏ। ਮੈਨੂੰ ਆਪ ਕਈ ਗੱਲਾਂ ਦਾ ਜਦ ਮੈਂ ਆਹ ਕਿਤਾਬ ਲਿਖਣੀ ਫਿਰ ਗਿਆਨ ਹੋਇਆ। ਕਿਉਂ? ਹੁਣ ਦੇਖੋ ਗੱਲ ਕਿਤਾਬ 'ਚ ਹੋਣੀ ਹੈ, ਰਿਟਨ ਹੋਣੀ। ਕੋਈ ਮੂੰਹ ਜ਼ਬਾਨੀ ਆਪਾਂ ਕੋਈ ਬੋਲਦੇ ਹਾਂ ਹੋਰ ਗੱਲ ਹੁੰਦੀ ਹੈ, ਜੋ ਕੁਝ ਰਿਟਨ 'ਚ ਆ ਜਾਂਦੀ ਹੈ ਫਿਰ ਹੋਰ ਗੱਲ ਹੁੰਦੀ ਹੈ। ਇਸੇ ਜਦੋਂ ਰਿਟਨ 'ਚ ਲਿਆਉਣਾ ਹੈ ਤਾਂ ਫਿਰ ਬੜੇ ਖਿਆਲ ਨਾਲ ਹੁੰਦਾ ਵੀ ਹਰ ਕਰੇ ਪਤਾ ਨਹੀਂ ਕਿੱਥੇ ਕਿੱਥੇ ਕਿਤਾਬ ਜਾਣੀ ਅਤੇ ਕਿੱਥੇ ਕਿੱਥੇ ਇਸ ਤੋਂ ਸਿੱਖਣਾ ਅਗਲਿਆਂ ਨੇ। ਹਾਂਜੀ, ਇਸ ਲਈ ਫਿਰ ਬੜੇ ਧਿਆਨ ਨਾਲ ਲਿਖਣੀ ਪਈ। ਡਿਕਸ਼ਨਰੀਆਂ ਮੇਰੇ ਕੋਲ ਸਾਰੀਆਂ ਸਨ, ਟੇਬਲ 'ਤੇ ਡਿਕਸ਼ਨਰੀਆਂ ਵਿਛਾਈਆਂ ਹੋਈਆਂ ਨੇ ਅਤੇ ਲਿਖ ਰਿਹਾ ਬਸ ਮੈਂ। ਇਸ ਲਈ ਟਾਈਮ ਬਹੁਤ ਲੱਗਾ। ਇੰਨਾ ਮੈਨੂੰ ਲਿਖਣ 'ਤੇ ਨਹੀਂ ਲੱਗਾ ਜਿੰਨਾ ਕਿਤਾਬ ਛਾਪਣ ਵਾਲਿਆਂ ਟਾਈਮ ਲਾਤਾ ਹੈ। ਹੁਣ ਉਹ ਅੱਜ ਕੱਲ੍ਹ ਦੇ ਮੁੰਡੇ ਨੇ ਉਹਨਾਂ ਬਾਣੀ ਤਾਂ ਪੜ੍ਹੀ ਕੋਈ ਨਹੀਂ। ਅੱਜ ਦੀ ਪੰਜਾਬੀ 'ਤੇ ਟਾਈਪ ਕਰਨੀ ਉਹਨੂੰ ਆਸਾਨ ਹੈ, ਪਰ ਮੈਂ ਬੋਲੀ ਜਾਵਾਂ ਲਿਖੀ ਜਾਣਗੇ ਜੀ। ਹੁਣ ਬਾਣੀ 'ਤੇ ਇੱਕ ਇੱਕ ਸ਼ਬਦ ਦੇਖਣਾ, ਕਿਤੇ ਕਿਤੇ ਸਿਹਾਰੀ ਲੱਗੀ ਹੈ, ਕਿਤੇ ਔਂਕੜ ਲੱਗਿਆ, ਕਿਤੇ ਕੁਛ ਲੱਗਿਆ, ਕਿਤੇ ਰਤੀ ਧਿਆਨ ਇੱਧਰ ਜੋ ਹੈ ਉਹ ਗਲਤ ਹੋ ਜਾਂਦਾ। ਪਹਿਲਾਂ ਸਾਰੀ ਕਿਤਾਬ ਨੂੰ ਲਿਖ ਕੇ ਦਿੱਤੀ, ਫਿਰ ਟਾਈਪ ਕੀਤੀ, ਫਿਰ ਕਰੈਕਟ ਕਰਕੇ ਦਿੱਤੀ, ਫਿਰ ਟਾਈਪ ਕੀਤੀ, ਫਿਰ ਕਰੈਕਟ ਕਰਕੇ ਦਿੱਤੀ, ਫਿਰ ਵੀ ਕਿਤੇ ਕਿਤੇ ਕੋਈ ਗਲਤੀ ਰਹਿ ਗਈ। ਇਹਨਾਂ ਕਰਨ ਦੇ ਬਾਵਜੂਦ ਵੀ ਕਿਉਂ? ਉਹਨਾਂ ਨੂੰ ਬਾਣੀ ਦਾ ਗਿਆਨ ਨਹੀਂ ਹੈਗਾ। ਇਸ ਲਈ ਉਹਨਾਂ ਦੇ ਇੱਕ ਇੱਕ ਸ਼ਬਦ ਵੇਖਣਾ ਸੀ। ਹਾਂਜੀ, ਅਤੇ ਫਿਰ ਕੁਦਰਤੀ ਗੱਲ ਹੈ ਜਦੋਂ ਆਪਾਂ ਨੇ ਇੱਕ ਇੱਕ ਸ਼ਬਦ ਨੂੰ ਵੇਖਣਾ ਟਾਈਪ ਕਰਨਾ ਟਾਈਮ ਲੱਗਦਾ ਹੀ ਲੱਗਦਾ ਹੈ। ਉੱਚੀ ਬਾਣੀ ਉੱਚਾ ਹੋਏ। ਜਿਵੇਂ ਤੁਸੀਂ ਵਧੀਆ ਬੰਦੇ ਦੀ ਸੰਗਤ ਕਰੋ ਅਤੇ ਸਮਾਂ ਪਾ ਕੇ ਵਧੀਆ ਹੋ ਜਾਓਗੇ। ਜੇ ਘਟੀਆ ਬੰਦੇ ਦੀ ਸੰਗਤ ਕਰੋਗੇ ਤਾਂ ਹੌਲੀ ਹੌਲੀ ਘਟੀਆ ਹੋ ਜਾਓਗੇ। ਹੁਣ ਬਾਣੀ ਤਾਂ ਰੱਬੀ ਬਾਣੀ ਹੈ, ਉੱਚੀ ਹੈ, ਤਾਂ ਇਹ ਰੱਬੀ ਬਾਣੀ ਹੋਣ ਕਰਕੇ ਇਹ ਮਨੁੱਖ ਨੂੰ ਉੱਚਿਆ ਕਰਦੀ ਹੈ। ਅਤੇ ਮਨੁੱਖ ਉੱਚਾ ਕਿਵੇਂ ਹੁੰਦਾ? ਇਹ ਨਹੀਂ ਕਿ ਖਿੱਚ ਕੇ ਉਹਨੂੰ ਵੱਡਿਆ ਕਰ ਲੈ, ਗੁਣਾਂ ਰਾਹੀਂ ਉੱਚਾ ਹੁੰਦਾ। ਉਹ 'ਚ ਗੁਣ ਪੈਦਾ ਹੋ ਹੀ ਜਾਂਦੇ ਨੇ, ਉਹ ਉੱਚਾ ਹੋ ਹੀ ਜਾਂਦਾ। ਗੁਰਮੁਖ ਸ਼ਬਦ ਵਿਖਾਣਾ ਕੋਈ, ਫਿਰ ਜਿਹੜਾ ਗੁਰਮੁਖ ਹੁੰਦਾ ਹੈ ਉਹ ਪਰਮਾਤਮਾ ਦੇ ਨਾਮ ਰਾਹੀਂ ਪਰਮਾਤਮਾ ਦਾ ਨਾਮ ਜਪਦਾ ਹੈ। ਵਿਖਾਣਾ ਦਾ ਵਰਣਨ ਕਰਨਾ, ਜਪਣਾ। ਵਿਨ ਨਾਮੇ ਦੁੱਖ ਦਰਦ ਸਰੀਰ। ਜਿਹੜੇ ਨਾਮ ਨਹੀਂ ਜਪਦੇ ਕਹਿੰਦੇ ਉਹਨਾਂ ਦੇ ਸਰੀਰ 'ਚ ਦੁੱਖ ਹੁੰਦਾ ਰਹਿੰਦਾ, ਦਰਦ ਹੁੰਦੇ ਰਹਿੰਦੇ। ਸਤਿਗੁਰ ਭੇਟੇ ਤਾਂ ਉਤਰੈ ਪੀਰ। ਪੀਰ ਹੁੰਦਾ ਪੀੜ, ਦਰਦ। ਗੁਰੂ ਨੂੰ ਮਿਲਣ ਨਾਲ ਫਿਰ ਉਹ ਦਰਦ ਦੂਰ ਹੋ ਜਾਂਦਾ, ਦੁੱਖ ਦੂਰ ਹੋ ਜਾਂਦਾ ਹੈ। ਕਿਉਂ? ਨਾਮ ਨੇ ਦੁੱਖ ਦਾ ਜਿਹੜਾ ਕਾਰਨ ਹੈ ਉਹੀ ਦੂਰ ਕਰ ਦੇਣਾ ਹੈ। ਜਦੋਂ ਕਾਰਨ ਖਤਮ ਹੋ ਗਿਆ ਦੁੱਖ ਆਪਣੇ ਆਪ ਹੀ ਖਤਮ ਹੋ ਗਿਆ। ਕੁਦਰਤੀ ਗੱਲ ਹੈ। ਮੰਨ ਲਓ ਮੇਰਾ ਕੰਨ ਦੁਖ ਰਿਹਾ ਹੈ, ਜਿੰਨਾ ਚਿਰ ਡਾਕਟਰ ਨੂੰ ਪਤਾ ਨਹੀਂ ਲੱਗਦਾ ਕਿ ਕੰਨ ਕਿਉਂ ਦੁਖ ਰਿਹਾ ਹੈ, ਕੀ ਕਾਰਨ ਹੈ, ਉਹਨਾਂ ਚਿਰ ਨਹੀਂ ਇਲਾਜ ਹੋ ਸਕਦਾ। ਜਦੋਂ ਉਹਨੂੰ ਪਤਾ ਲੱਗ ਗਿਆ ਇਹ ਕੰਨ ਦੁਖਣ ਦਾ ਆਹ ਕਾਰਨ ਹੈ, ਉਹਨੇ ਫਿਰ ਦਵਾਈ ਦੇਣੀ ਹੈ ਅਤੇ ਕੰਨ ਨੇ ਠੀਕ ਹੋ ਜਾਣਾ, ਕਿਉਂਕਿ ਕਾਰਨ ਪਤਾ ਲੱਗਿਆ ਹੈ। ਬਾਣੀ ਜਿਹੜੀ ਹੈ ਉਹ ਸਾਨੂੰ ਦੱਸਦੀ ਕਿ ਤੂੰ ਦੁਖੀ ਕਿਉਂ ਹੈ, ਇਹਦਾ ਕਾਰਨ ਹੈ ਤੂੰ ਪੁੱਠਾ ਕੰਮ ਕੀਤਾ, ਉਹਦਾ ਨਤੀਜਾ ਦੁੱਖ ਰੂਪ ਹੋ ਗਿਆ। ਹੁਣ ਜਿੰਨਾ ਚਿਰ ਉਹ ਕਰਮ ਖੜਾ ਹੈ ਤੇਰਾ ਦੁੱਖ ਖੜਾ। ਕਰਮ ਮਿਟੇਗਾ ਤਾਂ ਦੁੱਖ ਸਮਾਪਤ ਹੋਵੇਗਾ। ਫਿਰ ਬਾਣੀ ਪੜ੍ਹ ਕੇ ਅਤੇ ਨਾਮ ਜਪ 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 ਕੇ ਅਸੀਂ ਆਪਣੇ ਉਸ ਕਰਮ ਨੂੰ ਮਿਟਾਉਂਦੇ ਹਾਂ।
ਜਦੋਂ ਦੁੱਖ ਦੇਣ ਵਾਲਾ ਕਰਮ ਖਤਮ ਹੋ ਜਾਂਦਾ, ਸਾਡਾ ਦੁੱਖ ਸਮਾਪਤ ਹੋ ਜਾਂਦਾ, ਅਸੀਂ ਸੁਖੀ ਹੋ ਜਾਂਦੇ ਹਾਂ। ਇਹ ਲੌਜਿਕ ਹੈ। ਉਂਝ ਕਰਮ ਨਹੀਂ ਮਿਟਦੇ, ਉਂਝ ਕਰਮ ਰੋਣ ਪਿੱਟਣ ਨਾਲ ਨਹੀਂ ਮਿਟਦੇ ਹੈਗੇ। ਲੇਖ ਨਾ ਮਿਟਹੀ ਹੈ ਸਖੀ, ਜੋ ਲਿਖਿਆ ਕਰਤਾ ਉਹ ਨਹੀਂ ਮਿਟਦਾ। ਉਹ ਤੇ ਨਾਮ ਬਾਣੀ ਨਾਲ ਹੀ ਮਿਟੇਗਾ, ਉਂਝ ਨਹੀਂ ਮਿਟਦਾ ਹੈ। ਬਿਨ ਗੁਰ ਭੇਟੇ ਦੁੱਖ ਕਮਾਏ, ਜਿੰਨੇ ਜੇ ਗੁਰੂ ਨਹੀਂ ਮਿਲਦਾ ਪੁੱਠੇ ਕੰਮ ਕਰਕੇ ਦੁੱਖ ਸੇੜੇਗਾ। ਦੁੱਖ ਕਮਾਏ ਭਾਵ ਉਹ ਕੰਮ ਕਰੇਗਾ ਜਿਹਦੇ ਨਾਲ ਦੁੱਖ ਮਿਲ ਬੰਦੇ ਨੂੰ। ਚੋਰੀਆਂ ਕਰੇਗਾ, ਡਾਕੇ ਮਾਰੇਗਾ, ਠੱਗੀਆਂ ਕਰੇਗਾ, ਮਿਲਾਵਟਾਂ ਕਰੇਗਾ, ਧੋਖਾਧੜੀ ਕਰੇਗਾ, ਰਿਸ਼ਵਤਾਂ ਲਏਗਾ, ਪਤਾ ਨਹੀਂ ਕੀ ਕੁਛ ਕਰੇਗਾ। ਪੁੱਠੇ ਕੰਮ ਕਰੇਗਾ ਅਤੇ ਨਤੀਜਾ ਫਿਰ ਪੁੱਠੇ ਨਿਕਲਣਾ। ਮੰਦੇ ਕੰਮੀ ਨਾਨਕ ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਤਾਂ ਸੂਨਰ ਲੇਟਰ ਮੰਦਾ ਹੀ ਨਿਕਲਣਾ। ਜੇ ਬਾਈ ਚਾਂਸ ਅਸੀਂ ਬਚ ਵੀ ਗਏ ਇਸ ਉਮਰ 'ਚ ਮੰਦੇ ਕੰਮ ਕਰਦੇ ਬਾਵਜੂਦ ਵੀ, ਉਦੋਂ ਤੁਸੀਂ ਫੜੇ ਨਹੀਂ ਗਏ, ਸਾਨੂੰ ਸਜ਼ਾ ਨਹੀਂ ਮਿਲੀ, ਤਾਂ ਧਰਮਰਾਜ ਅੱਗੇ ਖੜਾ, ਉਹ ਕਹਿੰਦਾ ਆ ਜਾ, ਜਾਏਂਗੇ ਕਿੱਥੇ ਜਾਏਂਗੇ ਕਿੱਥੇ। ਆ ਜਿਹੜੇ ਭੱਜੇ ਜਾਂਦੇ ਸਨ ਲੜਾਈ ਝਗੜਾ ਕਰਕੇ, ਹਾਂਜੀ ਫੜ ਅਗਲੇ ਨੂੰ ਜਾਂਦਾ ਕਿੱਥੇ ਆਉਂਦਾ। ਇਹੀ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਇੱਜ਼ਤ ਰਹਿੰਦੀ ਪੰਜਾਬ ਦੀ। ਬੇਇੱਜ਼ਤੀ ਕਰਾ ਕੇ ਫਿਰ ਕੀਤਾ। ਬੇਇੱਜ਼ਤੀ ਤਾਂ ਕਰਾ ਲਈ, ਅਖਬਾਰਾਂ ਛਪ ਗਿਆ, TV 'ਚ ਆ ਗਿਆ, ਹੋ ਗਿਆ, ਲੜਾਈ ਹੋ ਗਈ, ਪਟਾਜ ਹੋ ਗਿਆ। ਵੀ ਜਦੋਂ ਪਤਾ ਹੈ ਵੀ ਇਹ ਲੋਕ ਸ਼ਰਾਰਤੀ ਨੇ, ਪਹਿਲੇ ਫੜ ਕੇ ਅੰਦਰ ਕਰ ਦਿਓ। ਹੁਣ ਵੀ ਤਾਂ ਕੀਤੇ ਨੇ, ਇਹ ਪਹਿਲੇ ਹੀ ਕਰ ਦਿੰਦੇ ਤਾਂ ਝਗੜਾ ਤਾਂ ਨਾ ਹੁੰਦਾ, ਪੰਜਾਬ ਦੀ ਬਦਨਾਮੀ ਤਾਂ ਨਾ ਹੁੰਦੀ। ਇਹ ਮੂਰਖ ਨੇ ਲੋਕ, ਵੇਲੇ ਸਿਰ ਨਹੀਂ ਕਰਨਾ। ਨਿਪ ਦਾ ਈਵਲ ਇਨ ਦਾ ਬਡ, ਐਵੇਂ ਦੀ ਕਹਾਵਤ ਹੈਗੀ ਵੀ ਬੁਰਾਈ ਨੂੰ ਸ਼ੁਰੂ 'ਚ ਰੋਕ ਦਿਓ, ਜੇ ਵੱਧ ਗਈ ਫਿਰ ਔਖਾ ਹੋਏਗਾ। ਹੁਣ ਰਿਸ਼ਵਤ ਹੈ ਸਾਰੇ ਸੰਸਾਰ 'ਚ, ਕੋਈ ਆ ਜੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਇਸ ਨੂੰ ਹਟਾ ਨਹੀਂ ਸਕਦਾ। ਲਾਲ ਜਿਹੜਾ ਜ਼ੋਰ ਲੜ, ਇਹ ਜੜ੍ਹਿਆਂ 'ਚ ਵੜ ਗਈ ਹੈ। ਇਹ ਤਾਂ ਸਾਡੇ ਅੰਦਰ ਜੜ੍ਹਾਂ ਫੜ ਗਈ ਹੈ। ਕਿੰਨੇ ਕੁ ਨੂੰ ਤੁਸੀਂ ਰੋਕ ਲਓਗੇ, ਹੋਰ ਢੰਗ ਲੱਭ ਲੈਣਗੇ। ਇੱਕ ਬੰਦਾ ਰਿਸ਼ਵਤ ਬੜੀ ਲੈਂਦਾ ਸੀ, ਰਾਜਾ ਬੜਾ ਦੁਖੀ ਹੋ ਗਿਆ। ਉਹਨੇ ਉਹਨੂੰ ਕਿਹਾ ਚੱਲ ਓਏ ਸਮੁੰਦਰ ਦੇ ਕੰਢੇ 'ਤੇ ਬਹਿ ਜਾ, ਲਹਿਰਾਂ ਗਿਣੀ ਜਾਇਆ ਕਰ। ਉਹ ਲਹਿਰਾਂ ਲੱਗ ਗਿਆ ਗਿਣਨ। ਉਹਨੇ ਹੁਣ ਰਿਸ਼ਵਤ ਲੈਂਦਾ ਸੀ, ਫਿਰ ਦਿਮਾਗ 'ਤੇ ਕੰਮ ਕਰਦਾ ਸੀ। ਉਹਨੇ ਵੀ ਕਾਰਡ ਕੱਢ ਲਈ। ਸਮੁੰਦਰੀ ਜਹਾਜ਼ ਆ ਰਿਹਾ ਸੀ, ਕਹਿੰਦਾ ਰੁਕੋ। ਉਹ ਕਹਿੰਦੇ ਕਿਉਂ? ਕਹਿੰਦੇ ਮੈਨੂੰ ਰਾਜ ਨੇ ਲਹਿਰਾਂ ਗਿਣਨ ਦੇ ਹੁਕਮ ਕੀਤਾ, ਮੈਂ ਲਹਿਰਾਂ ਗਿਣਨੀ। ਉਹ ਗਿਣੀ ਗਿਆ। ਉਹ ਲੇਟ ਹੋ ਰਹੇ ਸੀ। ਉਹ ਕਹਿੰਦੇ ਬਾਬਾ ਕੁਛ ਲੈ ਲਾ, ਸਾਨੂੰ ਜਾਣ ਦੇ। ਕਹਿੰਦੇ ਲਿਆ ਜਾਓ। ਇਹ ਆਪ ਵਾਲੇ ਜਿੰਨਾ ਮਰਜ਼ੀ ਜ਼ੋਰ ਲਾਉਣ, ਦੂਜੇ ਢੰਗ ਲੱਭ ਲੈਣਗੇ। ਬੜੇ ਢੰਗ ਨੇ, ਉਹ ਬੜੇ ਢੰਗ ਨੇ। ਇੱਕ ਡਾਇਰੈਕਟ ਹੁੰਦੇ, ਇੱਕ ਇਨਡਾਇਰੈਕਟ ਹੁੰਦੇ, ਬੜੇ ਢੰਗ। ਸੋ ਇਹ ਨਹੀਂ ਬੰਦਨ। ਹਾਂ ਘਟ ਸਕਦੀ ਹੈ, ਕਿਸੇ ਕੋਈ ਚੀਜ਼ ਵੱਧ ਘਟ ਸਕਦੀ ਹੈ, ਖਤਮ ਨਹੀਂ। ਜਿਹੜੀ ਇੱਕ ਵਾਰ ਚੀਜ਼ ਸ਼ੁਰੂ ਖਤਮ ਨਹੀਂ ਹੁੰਦੀ। ਇਹ ਜੜ੍ਹਾਂ ਲੱਗ ਗਈਆਂ ਨੇ। ਹੁਣ ਤਾਂ ਇੱਥੋਂ ਤੱਕ ਹੋ ਗਿਆ, ਅਗਲਾ ਸਿੱਧਾ ਹੀ ਜਾਂਦਾ ਜੀ। ਬੋਲੋ ਕੀ ਸੇਵਾ ਕਰੀਏ? ਹੁਣ ਰਿਸ਼ਵਤ ਨਹੀਂ ਵੱਜਦੀ, ਸੇਵਾ ਵੱਜਦੀ। ਕੀ ਸੇਵਾ ਕਰੀਏ? ਅਗਲਾ ਕਈ ਯਾਰ ਐਵੇਂ ਗੇੜੇ ਜੋ ਲਾਈ ਜਾਏਗਾ, ਕੀ ਫਾਇਦਾ? ਇਹਦੇ ਮੱਥੇ ਮਾਰੋ, ਕੰਮ ਕਰਾ ਕੇ ਆ ਜਾਓ। ਸੋ ਗੁਰੂ ਮਹਾਰਾਜ ਕਹਿੰਦੇ ਵਿਨ ਨਾਮੇ ਦੁੱਖ ਦਰਦ ਸਰੀਰ, ਸਤਿਗੁਰ ਭੇਟੇ ਤਾਂ ਉਤਰੈ ਪੀਰ। ਪੀਰ ਮੈਨੇ ਪੀੜ ਦਰਦ ਲੈ ਜਾਂਦੀ ਹੈ। ਬਿਨ ਗੁਰ ਭੇਟੇ ਦੁੱਖ ਕਮਾਏ, ਮਨਮੁਖ ਬਹੁਤੀ ਮਿਲੈ ਸਜ਼ਾਏ। ਜਿਹਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਸਜ਼ਾਏ, ਫਾਰਸੀ ਦਾ ਸ਼ਬਦ ਹੈ ਸਜ਼ਾ ਤੋਂ ਸਜ਼ਾਏ ਬਣਿਆ। ਜਿਹੜਾ ਮਨਮੁਖ ਹੈ ਇਹਨੂੰ ਬਹੁਤੀ ਸਜ਼ਾ ਮਿਲਦੀ। ਕਿਉਂ ਮਿਲਦੀ ਹੈ? ਦੋ ਕਾਰਨ ਕਰਕੇ। ਇੱਕ ਤੇਰੇ ਪੁੱਠੇ ਕੰਮ ਕੀਤੇ ਕਿ ਨਾਮ ਨਹੀਂ ਜਪਿਆ, ਨਾਮ ਨਹੀਂ ਜਪਿਆ। ਉੱਥੇ ਇੱਕ ਨਾਨਕ ਲੇਖੇ ਇੱਕ ਗੱਲ, ਇੱਕੋ ਗੱਲ ਲੇਖੇ ਨਾਮ ਜਪਿਆ। ਇਹ ਸਿਰ ਖੁਰਕਦਾ ਝੂਠ ਬੋਲਣ ਲਈ। ਜਦੋਂ ਬੰਦਾ ਝੂਠ ਬੋਲਣਾ ਕਦੇ ਨੋਟ ਕਰਦਾ, ਇੱਕ ਹੱਥ ਨਾਲ ਸਿਰਾਂ ਨੂੰ ਜਾਏਗਾ, ਸਮਝੇ ਇਹ ਹੁਣ ਝੂਠ ਬੋਲੂਗਾ, ਸੋਚ ਰਿਹਾ ਹੈ, ਅਤੇ ਸਿਰ ਖੁਰਕ ਲਾਂਦੇ। ਜਦੋਂ ਵੀ ਤੁਸੀਂ ਬੈਠੇ ਹੋ, ਜਦ ਤੁਸੀਂ ਪੁੱਛਿਆ ਕਿਸੇ ਨੂੰ ਕਿਉਂ ਤੂੰ ਇਹ ਕੰਮ ਕੀਤਾ, ਉਹ ਹੁਣ ਝੂਠ ਬੋਲਦਾ, ਉਹਦਾ ਹੱਥ ਉੱਪਰ ਉੱਠੇਗਾ, ਜ਼ਰੂਰ ਉੱਠੇਗਾ। ਉਹਦੀ ਫੜ ਲਓ ਇਹਨੂੰ ਵੀ ਹਾਂ ਇਹ ਝੂਠ ਬੋਲਣ ਲੱਗਾ ਹੁਣ। ਇਹ ਸਿਰ ਖੁਰਕਦਾ, ਹੁਣ ਉਹ ਲੱਭ ਰਿਹਾ ਕੋਈ ਹੱਲ ਉਹਦਾ। ਸੋ ਇਸ ਲਈ ਮਨਮੁਖ ਨੂੰ ਜ਼ਿਆਦਾ ਇਸ ਲਈ ਸਜ਼ਾ ਮਿਲਦੀ ਹੈ
ਵੀ ਤੂੰ ਆਪ ਵੀ ਨੇ ਨਾਮ ਜਪਿਆ, ਦੂਜਿਆਂ ਨੂੰ ਵੀ ਹਟਾਉਂਦਾ ਰਹੇ। ਕੋਈ ਰੱਬ ਰੁੱਬ ਨਹੀਂ ਹੈ, ਕੋਈ ਕਹਿੰਦੇ ਧਰਮਰਾਜ ਨਹੀਂ ਹੈ, ਕਹਿੰਦੇ ਐਵੇਂ ਡਰਾਵਾ ਹੈ ਇਹ। ਮੈਂ ਕੋਈ ਨਹੀਂ, ਪਹੁੰਚਿਓ ਜਰਾ ਤੁਸੀਂ ਧਰਮਰਾਜ ਕੋਲੇ, ਫਿਰ ਦੱਸੋ ਵੀ ਮੈਂ ਹਾਂ ਕਿ ਨਹੀਂ ਹਾਂ। ਕਹਿ ਲਓ ਜਿਹੜਾ ਸੰਸਾਰ ਨੂੰ ਕਹਿਣਾ। ਜਦੋਂ ਉਹਨਾਂ ਛਿੱਲ ਰਾਤੀ ਕੁੱਟ ਕੇ ਜੇ ਪੁਲਿਸ ਵਾਲੇ ਲਾਉਂਦੇ, ਫਿਰ ਕਹੂਗਾ ਹਾਂ ਹੈਗੇ ਵਾਕਈ, ਪਰ ਹੁਣ ਕੌਣ ਮੰਨੇ ਵੀ। ਜਦੋਂ ਦੁਬਾਰਾ ਜਦੋਂ ਭੇਜੇ ਸੰਸਾਰ 'ਤੇ ਵੀ ਮੈਂ ਪਿਛਲੇ ਜਨਮ 'ਚ ਫਲਾਣਾ ਸੀ, ਐਂ ਕਹਿੰਦਾ ਰਿਹਾ ਸੀ, ਮੇਰੇ ਬੜਾ ਕੁਟਾਪਾ ਹੋਇਆ, ਨਹੀਂ ਉਹ ਧਰਮਰਾਜ ਹੈਗਾ, ਖਿਆਲ ਰੱਖਿਓ। ਹਾਂਜੀ, ਜਾਂਦਾ ਫਿਰ ਉਸ ਤਰ੍ਹਾਂ ਹੋਇਆ। ਸੋ ਬਹੁਤੇ ਲੋਕ ਨੇ, ਤਾਂ ਹੀ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪੈ। ਆਪ ਵੀ ਜਪਣਾ, ਦੂਜਿਆਂ ਨੂੰ ਵੀ ਨਾਮ ਜਪਣ ਲਈ ਪ੍ਰੇਰਨਾ ਹੈ। ਇਹ ਜਿਹੜੇ ਨਾਸਤਕ ਨੇ, ਆਪ ਵੀ ਨਾਸਤਕ, ਦੂਸਰਿਆਂ ਨੂੰ ਨਾਸਤਕ ਬਣਾਉਂਦੇ ਨੇ, ਇਹਨਾਂ ਨੂੰ ਡਬਲ ਸਜ਼ਾ ਮਿਲਣੀ ਹੈ ਵੀ ਤੁਸੀਂ ਆਪ ਵੀ ਨਹੀਂ ਜਪਿਆ, ਦੂਜਿਆਂ ਨੂੰ ਵੀ ਨਹੀਂ ਜਪਣ ਦਿੱਤਾ, ਟੋਕ ਟਕਾਈ ਕਰਦੇ ਰਹੇ ਤੁਸੀਂ। ਧਰਮ ਇਹੀ ਕਹਿੰਦਾ ਹੈ, ਜੋ ਬਾਣੀ 'ਚ ਲਿਖਿਆ ਸੀ ਤਾਂ ਉਹੀ ਕਹਿਣਾ ਹੈ। ਹਰ ਕਾ ਨਾਮ ਮੀਠਾ ਅਤਿ ਰਸ ਹੋਏ, ਪੀਵਤ ਰਹੇ ਪਿਆਏ ਸੋਏ। ਹਰੀ ਦਾ ਜਿਹੜਾ ਨਾਮ ਹੈ ਇਹ ਤਾਂ ਅਤੀ ਮਿੱਠਾ ਹੈ, ਇਹ ਤਾਂ ਬਹੁਤ ਰਸਦਾਇਕ ਹੈ। ਅਜੇ ਅਸੀਂ ਉਸ ਅਵਸਥਾ 'ਤੇ ਨਹੀਂ ਪਹੁੰਚੀ, ਇਸ ਲਈ ਸਾਨੂੰ ਪਤਾ ਨਹੀਂ ਹੈ। ਅਜੇ ਸਾਨੂੰ ਨਾਮ ਦੇ ਵਿੱਚੋਂ ਰਸ ਹੀ ਨਹੀਂ ਆਉਣ ਲੱਗਾ ਹੈ, ਇਸ ਲਈ ਬਾਣੀ ਦੀਆਂ ਕੁਝ ਗੱਲਾਂ ਸਾਡੇ ਲਈ ਸਮਝਣ ਨੂੰ ਔਖੀਆਂ ਲੱਗਦੀਆਂ ਹਨ ਵੀ ਇਹ ਇੰਨਾ ਮਿੱਠਾ ਹੁੰਦਾ ਹੈ। ਇਹ ਬਹੁਤ ਮਿੱਠਾ ਕਹਿੰਦੇ। ਪੀਵਤ ਰਹੇ ਪਿਆਏ ਸੋਏ। ਪਰਮਾਤਮਾ ਜਦੋਂ ਕਿਸੇ ਨੂੰ ਨਾਮ ਰਸ ਪਿਲਾਉਂਦਾ ਨਾ, ਬੰਦਾ ਨਾਮ ਰਸ ਪੀਂਦਾ ਹੀ ਰਹਿੰਦਾ, ਫਿਰ ਹੋਰ ਰਸ ਫਿਰ ਉਹਨੂੰ ਕੋਈ ਚੰਗਾ ਹੀ ਨਹੀਂ ਲੱਗਦਾ। ਕਬੀਰ ਸਾਹਿਬ ਕਹਿੰਦੇ ਇਹ ਰਸ ਆਵਾ, ਹੋਰ ਰਸ ਨਹੀਂ ਪਾਵਾ। ਜਦੋਂ ਨਾਮ ਰਸ ਆ ਗਿਆ, ਉਹਨੂੰ ਕੋਈ ਹੋਰ ਰਸ ਚੰਗਾ ਨਹੀਂ ਲੱਗਦਾ। ਗੁਰ ਕਿਰਪਾ ਤੇ ਹਰ ਰਸ ਪਾਏ, ਨਾਨਕ ਨਾਮ ਰਤੇ ਗਤ ਪਾਏ। ਗੁਰੂ ਦੀ ਕਿਰਪਾ ਨਾਲ ਇਹ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਫਿਰ ਨਾਮ 'ਚ ਰੰਗੇ ਜਾਂਦੇ ਨੇ, ਨਾਨਕ ਨਾਮ ਰਤੇ, ਜਿਹੜੇ ਨਾਮ 'ਚ ਰੰਗੇ ਜਾਂਦੇ ਨੇ, ਗਤ ਪਾਏ, ਉਹਨਾਂ ਨੂੰ ਮੁਕਤੀ ਮਿਲ ਜਾਂਦੀ ਹੈ। ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਇੱਕ ਬੇਨਤੀ ਹੈ। ਕੱਲ੍ਹ ਨੂੰ ਸਰਦਾਰ ਅਜੈਬ ਸਿੰਘ, ਕੋਠੀ ਨੰਬਰ 104, ਉਹਨਾਂ ਦੇ ਪੋਤਰੇ ਦਾ ਜਨਮ ਦਿਨ ਹੈ। ਇਸ ਲਈ ਕੱਲ੍ਹ ਨੂੰ 7:15 ਵਜੇ ਤੋਂ ਲੈ ਕੇ 8:15 ਵਜੇ ਤੱਕ ਕੀਰਤਨ ਹੋਏਗਾ, ਕਥਾ ਨਹੀਂ ਹੋਏਗੀ। ਉਹ ਸਾਡੇ ਕੀ ਹੋਏਗਾ? ਕੀਰਤਨ ਹੋਏਗਾ। ਪਹਿਲਾਂ ਬੈਠ ਕੇ ਕੀਰਤਨ ਸੁਣੋ, ਉਦੋਂ ਫਿਰ ਕੋਈ ਆਪਾਂ ਖਾ ਪੀ ਕੇ ਫਿਰ ਆਪਣੇ ਘਰਾਂ ਨੂੰ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।